ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਪੈ ਰਹੀ ਹੈ। ਇਹਦੇ ਸੰਬੰਧੀ ਕੀ ਸੂਚਨਾ ਹੈ, ਕੀ ਕਰਨਾ ਚਾਹੀਦਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਘਰਾਂ ਦੀ ਮਾਰਕੀਟ ਫੇਰ ਚਰਚਾ ਦੇ ਵਿੱਚ ਆ। ਇੱਕ ਪਾਸੇ ਖਬਰ ਆ ਰਹੀ ਹੈ ਕਿ ਵੈਨਕੂਵਰ ਟੋਰਾਂਟੋ ਦੇ ਵਿੱਚ ਘਰ ਲੈਣਾ ਅਜੇ ਵੀ ਬਹੁਤ ਔਖਾ ਆ, ਭਾਵੇਂ ਕਿ ਘਰ ਸਸਤੇ ਹੋ ਚੁੱਕੇ ਆ ਪਰ ਇੰਨੇ ਕੁ ਸਸਤੇ ਨਹੀਂ ਹੋਏ। ਘਰਾਂ ਬਾਰੇ ਕੁਛ ਇੱਕ ਹੋਰ ਰਿਪੋਰਟ ਆਈ ਹੈ ਕਿ ਜ਼ਰੂਰੀ ਨਹੀਂ ਤੁਸੀਂ ਵੈਨਕੂਵਰ ਟੋਰਾਂਟੋ 'ਚ ਹੀ ਰਹਿਣਾ, ਕਿਸੇ ਹੋਰ ਪਾਸੇ ਕੈਨੇਡਾ ਦੇ ਵਿੱਚ ਘਰ ਲੈ ਸਕਦੇ ਹੋ। ਤੁਹਾਨੂੰ ਅੱਜ ਉਹ 10-20 ਥਾਵਾਂ ਦੱਸਦੇ ਹਾਂ ਜਿੱਥੇ ਘਰ ਸਸਤੇ ਨੇ। ਉਹ 20 ਥਾਵਾਂ ਕੈਨੇਡਾ ਦੀਆਂ ਜਿੱਥੇ ਸਭ ਤੋਂ ਵੱਧ ਸਸਤੇ ਘਰ ਨੇ, ਉੱਥੇ ਰਿਹਾ ਜਾ ਸਕਦਾ। ਇਸੇ ਤਰ੍ਹਾਂ ਹੀ ਕੁਛ ਜਿਹੜੇ ਡਾਕਟਰਾਂ ਨਾਲ ਸੰਬੰਧਿਤ ਖਬਰਾਂ, BC ਦੇ ਵਿੱਚ ਡਾਕਟਰ ਲਗਾਤਾਰ ਕਮੀ ਆ, ਡਾਕਟਰ ਬਾਹਰ ਜਾ ਰਹੇ ਆ। ਇੱਕ ਹੋਰ ਖਬਰ ਇਹ ਆ ਰਹੀ ਆ ਅਲਬਰਟਾ ਦੇ ਵਿੱਚ ਐਪੀਡੁਰਲ ਇੱਕ ਦਵਾਈ ਕੋਈ ਦੱਸਦੇ ਆ ਉਹਦੀ ਕਮੀ ਆ ਰਹੀ ਆ ਅਤੇ ਸਮੱਸਿਆ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਆ। ਅਰਾਈਵਕੈਨ ਐਪ ਦੇ ਵਿੱਚ ਕੁਛ ਗਲਤੀਆਂ ਆ ਜਿਹਦੇ ਕਰਕੇ ਜਿਨ੍ਹਾਂ ਬੰਦਿਆਂ ਨੇ ਕੁਆਰੰਟਾਈਨ ਨਹੀਂ ਕਰਨਾ ਇਹ ਉਹਨਾਂ ਨੂੰ ਕਹੀ ਜਾਂਦੇ ਆ ਕਿ ਕੁਆਰੰਟਾਈਨ ਕਰੋ, ਅਤੇ ਹੁਣ ਇਹਨੂੰ ਬੰਦ ਕਰਨ ਬਾਰੇ ਵੀ ਗੱਲਬਾਤ ਚੱਲ ਰਹੀ ਆ। ਇਮੀਗ੍ਰੇਸ਼ਨ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਦੋਸ਼ੀ ਹੁੰਦੇ, ਕੋਈ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇੱਧਰ ਉੱਧਰ ਉਹਨੇ ਕੁਛ ਗਲਤੀਆਂ ਕੀਤੀਆਂ ਹੁੰਦੀਆਂ, ਉਹਨਾਂ ਨੂੰ ਬਾਕੀ ਕੈਦੀਆਂ ਦੇ ਨਾਲ ਰੱਖਿਆ ਜਾਂਦਾ। BC ਦੇ ਵਿੱਚ ਹੁਣ ਇੱਦਾਂ ਨਹੀਂ ਕੀਤਾ ਜਾਊਗਾ। ਉੱਧਰ ਅਮਰੀਕਾ ਦੇ ਵਿੱਚੋਂ ਦੋ ਖਬਰਾਂ ਅੱਜ ਪ੍ਰਮੁੱਖ ਨੇ। ਇੱਕ ਤਾਂ ਇਹ ਕਿ ਜਨਵਰੀ 6, 2021 ਨੂੰ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀ, ਉਹਦੀ ਕੱਲ੍ਹ ਸੁਣਵਾਈ ਹੋਈ ਆ। ਉਹਦੇ ਵਿੱਚ ਉਸ ਵੇਲੇ ਦੇ ਰਾਸ਼ਟਰਪਤੀ ਟਰੰਪ ਦਾ ਨਾਂ ਆ ਰਿਹਾ। ਇਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਇੱਕ ਰਿਸੈਸ਼ਨ ਦੀਆਂ ਕੁਛ ਨਿਸ਼ਾਨੀਆਂ ਅਮਰੀਕਾ ਦੇ ਵਿੱਚ ਦਿਸਣੀਆਂ ਸ਼ੁਰੂ ਹੋ ਗਈਆਂ, ਇਹ ਕੀ ਆ, ਇਹਦੇ ਬਾਰੇ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ। ਪਹਿਲੀ ਖਬਰ ਬ੍ਰਿਟਿਸ਼ ਕੋਲੰਬੀਆ ਦੇ ਫੈਮਿਲੀ ਫਿਜ਼ੀਸ਼ੀਅਨਸ ਬਾਰੇ। ਲਗਾਤਾਰ ਅਸੀਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਏ ਹਾਂ। ਖਬਰਾਂ ਸਾਂਝੀਆਂ ਨਾ ਵੀ ਕਰੀਏ, ਲੋਕਾਂ ਨੂੰ ਇਸ ਵੇਲੇ ਪਤਾ ਜਿਹਨਾਂ ਨੂੰ ਫੈਮਿਲੀ ਫਿਜ਼ੀਸ਼ੀਅਨ ਨਹੀਂ ਲੱਭ ਰਹੇ। 10 ਲੱਖ ਤੋਂ ਉੱਤੇ ਬੰਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਮਿਲੀ ਡਾਕਟਰ ਤੋਂ ਬੈਠਾ ਅਤੇ ਉਹ ਤਰਸ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਫੈਮਿਲੀ ਡਾਕਟਰ ਮਿਲੇ। ਵਾਕ-ਇਨ ਕਲੀਨਿਕ ਇਹਦੇ ਨਹੀਂ, ਅਰਜੈਂਟ ਕੇਅਰ ਦੇ ਵਿੱਚ ਵਾਰੀ ਨਹੀਂ ਆਉਂਦੀ। ਮਤਲਬ 10 ਲੱਖ ਬੰਦਾ ਬਿਨਾਂ ਫੈਮਿਲੀ ਡਾਕਟਰ ਤੋਂ ਹੀ ਬੈਠਾ। ਹੁਣ ਉਹ ਸਾਰੇ ਦਾ ਸਾਰਾ ਜਿਹੜਾ ਮਰੀਜ਼ ਆ ਉਹ ਜਾਵੇ ਕਿੱਥੇ? ਉਹ ਸਿੱਧਾ ਜਾ ਕੇ ਐਮਰਜੈਂਸੀ ਦੇ ਵਿੱਚ ਜਾ ਰਿਹਾ, ਅਤੇ ਐਮਰਜੈਂਸੀ ਦੇ ਵਿੱਚ ਸਿੱਧਾ ਬੋਝ ਪੈ ਰਿਹਾ ਅਤੇ ਸਮੱਸਿਆ ਬਣ ਰਹੀ ਆ। ਇੱਕ ਖਬਰ ਜਿਹੜੀ ਆ ਰਹੀ ਹੈ ਕਿ ਡਾਕਟਰ ਇੱਥੋਂ ਕਈ ਮੂਵ ਵੀ ਹੋ ਰਹੇ ਆ ਬਾਹਰ। ਇੱਕ ਤਾਂ ਇਹ ਨਾ ਕਿ ਪਿੱਛੋਂ ਗ੍ਰੈਜੂਏਟ ਹੀ ਨਹੀਂ ਹੋ ਰਿਹਾ। ਜਿਹੜੇ ਨੰਬਰ ਆਫ ਜਿਹੜੇ ਸਕੂਲਸ ਨੇ ਉਹ ਮੈਡੀਕਲ ਸਕੂਲ ਵਧਣੇ ਚਾਹੀਦੇ, ਉਹਨਾਂ 'ਚੋਂ ਜ਼ਿਆਦਾ ਡਾਕਟਰ ਬਣਨ। ਫਿਰ ਇੱਕ ਸਮੱਸਿਆ ਇਹ ਸਾਰੇ ਕੁਝ ਦੇ ਵਿੱਚ ਇਹ ਆਪਾਂ ਪਹਿਲਾਂ ਸਾਂਝੀ ਕੀਤੀ ਸੀ ਕਿ ਜਿਹੜੇ ਇੱਥੇ ਦਾ ਸਿਸਟਮ ਆ ਉਹ ਠੀਕ ਨਹੀਂ ਆ, ਕਿ ਜਿਹੜਾ ਸਿਸਟਮ ਆ ਜਿਹਦੇ 'ਚ ਉਹਨਾਂ ਨੂੰ ਕੰਮ ਕਰਨਾ ਪੈਂਦਾ, ਡਾਕਟਰ ਨੂੰ ਆਪ ਹੀ ਉਹਨਾਂ ਨੂੰ ਮਰੀਜ਼ ਜਿਹੜੇ ਰੱਖਣੇ ਪੈਂਦੇ ਆ, ਉਹ ਜਿਹੜੇ ਅਕਾਊਂਟ ਹੈਂਡਲ ਕਰਨ ਵਾਲੇ ਆਪ ਹੀ ਉਹਨਾਂ ਨੂੰ ਬਾਕੀ ਸਟਾਫ ਰੱਖਣਾ ਪੈਂਦਾ। ਵੀ ਇੱਥੇ ਡਾਕਟਰ ਬਣਨਾ ਇੱਕ ਬਿਜ਼ਨਸ ਰਨ ਕਰਨ ਵਾਲਾ ਕੰਮ ਆ। ਉਹ ਹਿਸਾਬ ਕਿਤਾਬ ਕਾਗਜ਼ ਪੱਤਰ ਪੂਰੇ ਕਰਦੇ ਰਹਿ ਜਾਂਦੇ ਆ, ਡਾਕਟਰੀ ਉਹਨਾਂ ਦੀ ਕਿਤੇ ਪਿੱਛੇ ਰਹਿ ਜਾਂਦੀ ਆ। ਕੁਛ ਲੋਕ ਹੁਣ ਇੱਥੋਂ ਉਹਨਾਂ ਨੇ ਜਿਹੜਾ ਮੂਵ ਕਰਨਾ ਸ਼ੁਰੂ ਕਰ ਦਿੱਤਾ ਡਾਕਟਰਾਂ ਨੇ। ਵੀ ਪੋਰਟ ਮੂਡੀ ਦੀ ਇੱਕ ਖਬਰ ਆ, ਇੱਕ ਨਿਊਜ਼ ਏਜੰਸੀ ਨੇ ਕਵਰ ਕੀਤੀ ਆ। ਉਹ ਕਹਿੰਦੇ ਵੀ ਪੋਰਟ ਮੂਡੀ ਦੀ ਇੱਕ ਡਾਕਟਰ ਆ, ਉਹ ਜਾ ਰਹੀ ਆ ਇੱਥੋਂ, ਤੇ ਜਾ ਰਹੀ ਆ ਉਹ ਨਿਊਜ਼ੀਲੈਂਡ। ਰਹਿ ਸਕਦੀ ਸੀ ਇੱਥੇ। ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ 2001 ਦੇ ਵਿੱਚ ਹੋਈ ਸੀ। ਇੱਥੇ ਆ ਕੇ ਉਹਨੇ ਕੈਲਗਰੀ ਰੈਜ਼ੀਡੈਂਸੀ ਕੀਤੀ ਹੈ, ਅਤੇ ਫਿਰ ਜੇ 2006 ਦੇ ਵਿੱਚ ਇੱਥੇ ਆ ਕੇ ਉਹਨੇ ਆਪਣਾ ਇਹ ਪ੍ਰੈਕਟਿਸ ਸ਼ੁਰੂ ਕਰ ਦਿੱਤੀ BC ਲੋਅਰ ਮੇਨਲੈਂਡ ਦੇ ਵਿੱਚ। 13 ਸਾਲ ਇੱਥੇ ਕੰਮ ਕੀਤਾ ਅਤੇ ਕੋਕਿਟਲਮ ਦੇ ਵਿੱਚ। ਅਤੇ ਉਹਦੇ ਤੋਂ ਬਾਅਦ ਉਹਨੇ ਹੁਣ ਕਿਹਾ ਵੀ ਮੈਂ ਇਹ ਪ੍ਰੋਵਿੰਸ ਛੱਡ ਕੇ ਜਾ ਰਹੀ ਹਾਂ। ਕਈ ਰੀਜ਼ਨ ਦੱਸਿਆ ਉਹਨਾਂ ਨੇ, ਅਤੇ ਹੁਣ ਉਹਦੇ ਪਿੱਛੇ 2100 ਪੇਸ਼ੈਂਟ ਆ। ਮਤਲਬ 2000 ਪੇਸ਼ੈਂਟ ਜਦੋਂ ਇੱਕ ਡਾਕਟਰ ਨੇ ਚਲੇ ਜਾਣਾ, ਉਹਨੇ ਕਿੱਥੇ ਜਾਣਾ? ਉਹਦੇ ਵਿੱਚ ਫਿਰ ਅੱਗਿਓਂ ਉਹ ਚੀਜ਼ ਵੱਧ ਜਾਣੀ ਹੈ। ਉਹ ਕਹਿੰਦੀ ਵੀ ਮੈਂ ਨਿਊਜ਼ੀਲੈਂਡ ਚੱਲੀ ਹਾਂ ਹੁਣ ਇੱਥੋਂ। ਫੈਸਲਾ ਮੁਸ਼ਕਿਲ ਆ, ਵੀ ਔਖਾ ਆ ਇੱਕ ਥਾਂ ਦੇ ਉੱਤੇ ਛੱਡ ਕੇ ਜਾਣਾ, ਅਤੇ ਉਹ ਵੀ ਜਿਹੜੇ ਪੇਸ਼ੈਂਟ ਲੰਬੇ ਸਮੇਂ ਤੋਂ ਤੁਹਾਡੇ ਨਾਲ ਜੁੜੇ ਹੋਣ, ਉਹਨਾਂ ਸਾਰਿਆਂ ਨੂੰ ਛੱਡ ਕੇ ਜਾਣਾ। ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ ਬਈ ਮੈਂ ਕਦੇ ਇਸ ਪ੍ਰੋਵਿੰਸ ਨੂੰ ਛੱਡੂੰਗੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਰਹਿਣਾ ਸੀ, ਪਰ ਹੁਣ ਇੱਥੋਂ ਜਾ ਰਹੀ ਹੈ। ਰਿਪਲੇਸਮੈਂਟ ਬਹੁਤ ਔਖੀ ਆ, ਦੁਬਾਰਾ ਕੋਈ ਫਿਜ਼ੀਸ਼ੀਅਨ ਉੱਥੇ ਨਵਾਂ ਆ ਨਹੀਂ ਰਿਹਾ, ਅਤੇ ਜਿਹੜਾ ਉਹ 2100 ਪੇਸ਼ੈਂਟ ਆ ਉਹ ਵੱਖਰੀ ਸਮੱਸਿਆ ਦੇ ਵਿੱਚ ਪਿਆ ਆ। ਅਤੇ ਡਿਸੀਜ਼ਨ ਜਿਹੜਾ ਇੱਥੋਂ ਜਾਣ ਦਾ ਇਹ ਆ, ਉਹਨੇ ਭਾਵੇਂ ਕਿ ਇੱਕ ਕਾਰਨ ਇਹ ਦਿੱਤਾ ਵੀ ਆਸਟ੍ਰੇਲੀਆ ਦੇ ਵਿੱਚ ਮੇਰਾ ਹਸਬੈਂਡ ਆ, ਅਤੇ ਮੈਂ ਉੱਥੇ ਜਿਹੜੀ ਹਸਬੈਂਡ ਦੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਆ, ਅਤੇ ਮੈਂ ਉੱਥੇ ਨੇੜੇ ਚਲੀ ਜਾਊਂਗੀ, ਨਿਊਜ਼ੀਲੈਂਡ 'ਚ ਘੱਟੋ ਘੱਟ ਮੈਂ ਉਹਦੇ ਨੇੜੇ ਹੋ ਜਾਊਂਗੀ। ਪਰ ਕਾਰਨ ਇਹ ਦੱਸਿਆ ਕਿ ਜਿਹੜੀ ਪ੍ਰੋਵਿੰਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰੰਟ ਫੀ ਫੋਰ ਸਰਵਿਸ ਸਿਸਟਮ ਆ। ਜਿਹੜੇ ਫੈਮਿਲੀ ਡਾਕਟਰ ਨੇ ਇਹਨਾਂ ਦਾ ਕੋਈ ਸਿਸਟਮ ਆ ਵੀ ਕਿੰਨੇ ਮਰੀਜ਼ ਦੇਖੇ, ਉਹਦੇ ਲਈ ਫੀਸ ਕਲੇਮ ਕਰਨੀ, ਫਲਾਣਾ ਕਰਨਾ, ਉਹ ਸਾਰਾ ਕੁਛ ਜਿਹੜਾ ਉਹ ਕਹਿੰਦੀ ਇਹ ਬਹੁਤ ਵੱਡੀ ਸਮੱਸਿਆ ਹੈ। ਸਟਾਫ ਇਹਨਾਂ ਨੂੰ ਆਪ ਰੱਖਣਾ ਪੈਂਦਾ। ਇੱਕ ਡਾਕਟਰ ਨੂੰ ਆਪਣਾ ਅਮਲਾ ਫਾਈਲਾ ਸਾਰਾ ਆਪ ਰੱਖਣਾ ਪੈਂਦਾ, ਅਤੇ ਉਹ ਅਮਲਾ ਫਾਈਲਾ ਹੀ ਨਹੀਂ ਪੂਰਾ ਹੋ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਸਟਾਫਿੰਗ ਦੀ ਜਿਹੜੀ ਸਟਾਫਿੰਗ ਸ਼ਾਰਟੇਜ ਆ ਉਹ ਇੱਕ ਬਹੁਤ ਵੱਡੀ ਇੱਥੇ ਸਮੱਸਿਆ ਬਣੀ ਆ। ਹੁਣ ਇਹ ਸਮੱਸਿਆ ਨੂੰ ਨਿਊਜ਼ੀਲੈਂਡ ਦੇ ਵਿੱਚ ਹੈ ਨਹੀਂ। ਉਹ ਕਹਿੰਦੀ ਜਦੋਂ ਮੈਂ ਉੱਥੇ ਚਲੇਗੀ, ਉੱਥੇ ਜਾ ਕੇ ਮੈਨੂੰ 5 ਨਰਸ ਮਿਲਣੀਆਂ, ਅਤੇ ਜਿਹੜੇ 3 ਡਾਕਟਰ ਹੋਣੇ ਆ ਜਿਹੜੇ ਉੱਥੇ ਪੇਸ਼ੈਂਟਸ ਦੀ ਹੈਲਪ ਕਰ ਰਹੇ ਹੋਣਗੇ, ਅਤੇ ਇੱਥੇ ਉਹ ਬੰਦੇ ਆਪ ਲੱਭਣੇ ਪੈ ਰਹੇ ਆ, ਅਤੇ ਜਿਹੜੇ ਕਿ ਮਿਲ ਵੀ ਨਹੀਂ ਰਹੇ। ਸੋ ਇੱਕ ਸਟਾਫ ਸ਼ਾਰਟੇਜ,
ਹੋਰ ਕਾਰਨ ਇੱਥੋਂ ਡਾਕਟਰ ਮੂਵ ਹੋ ਰਹੇ। ਇੱਕ ਤਾਂ ਪਹਿਲਾਂ ਡਾਕਟਰ ਹੈ ਨਹੀਂ ਇੱਥੇ, ਪਹਿਲਾਂ ਕਮੀ ਆ, ਲੋਕ ਤੜਫੇ ਪਏ ਆ, ਸੱਚਮੁੱਚ ਲੋਕ ਤੜਫੇ ਪਏ ਆ ਇਸ ਗੱਲ ਤੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਫੈਮਿਲੀ ਫਿਜ਼ੀਸ਼ੀਅਨ ਮਿਲ ਜਾਵੇ। ਫੈਮਿਲੀ ਫਿਜ਼ੀਸ਼ੀਅਨ ਦੇ ਨਾ ਹੋਣ ਕਰਕੇ ਸਾਰੇ ਦੇ ਸਾਰੇ ਐਮਰਜੈਂਸੀ 'ਚ ਬੈਠੇ, ਉੱਥੇ 12-12 ਘੰਟੇ 20-20 ਘੰਟੇ ਵੇਟ ਨਹੀਂ ਆਉਂਦੀ। ਲੋਕ ਡਰਦੇ ਆ ਹਸਪਤਾਲ ਜਾਣ ਤੋਂ ਵੀ, ਉੱਥੇ 2 ਦਿਹਾੜੀਆਂ ਉੱਦਾਂ ਹੀ ਲੱਗ ਜਾਣੀਆਂ ਜੇ ਉੱਥੇ ਚਲੇ ਗਏ। ਤੇ ਉਲਟਾ ਇਹ ਹੋ ਰਿਹਾ ਕਿ ਬਜਾਏ ਇਹਦੇ ਹੋਰ ਡਾਕਟਰ ਇੱਧਰਲੇ ਪਾਸੇ ਆਉਣ, ਇੱਥੋਂ ਡਾਕਟਰ ਬਾਹਰ ਜਾ ਰਹੇ ਆ। ਸੋ ਜਿਹੜੀਆਂ ਇਹ ਸਾਰੀਆਂ ਕਮਿਊਨਿਟੀਜ਼ ਆ, ਉੱਥੇ ਜਿਹੜੀਆਂ 6 ਕਮਿਊਨਿਟੀਜ਼ ਆ ਕੁਕਟਲਮ ਦੇ ਨੇੜੇ ਨੇੜੇ, ਪੋਰਟ ਮੂਡੀ ਦੇ ਨੇੜੇ ਨੇੜੇ 170 ਪ੍ਰਾਇਮਰੀ ਪ੍ਰੋਵਾਈਡਰਸ ਨੇ ਉੱਥੇ, ਜਿਨ੍ਹਾਂ ਦੇ ਵਿੱਚੋਂ 50 ਦੇ ਕਰੀਬ ਜਿਹੜੇ ਕੁਕਟਲਮ ਦੇ ਵਿੱਚ ਰਹਿੰਦੇ ਆ। ਜਿਹੜਾ ਉਹ ਹੁਣ ਇਸ ਗੱਲ ਦੇ ਲਈ ਚਿੰਤਾ, ਉਹ ਕਹਿੰਦੇ ਥੋੜ੍ਹੇ ਜਿਹੇ ਜਿਹੜੇ 2014 ਤੋਂ ਲੈ ਕੇ ਹੁਣ ਤੱਕ ਕੁਕਟਲਮ ਦੇ ਵਿੱਚ 50 ਫੈਮਿਲੀ ਜਿਹੜੇ ਪ੍ਰੈਕਟੀਸ਼ਨਰ ਨੇ ਉਹ ਘਟ ਗਏ ਆ। ਕਾਰਨ ਇਹ ਜਾਂ ਇੱਥੋਂ ਚਲੇ ਗਏ ਆ। ਜਿਹੜੇ ਇਹਨਾਂ ਦੇ ਵਿੱਚੋਂ ਬਹੁਤੇ 15 ਤੋਂ 2021 ਦੇ ਵਿੱਚ ਹੀ ਗਏ ਆ, ਕਈ ਰਿਟਾਇਰ ਹੋ ਗਏ ਤੇ ਬਹੁਤੇ ਰੀਲੋਕੇਟ ਹੋ ਗਏ, ਜਿੱਦਾਂ ਕਿ ਇਹ ਡਾਕਟਰ ਹੋ ਰਹੀ ਹੈ। ਕੁਛ ਨੇ ਆਪਣੀ ਕੰਮ ਧੰਦੇ ਬਦਲ ਲਏ ਆ, ਉਹ ਇਸ ਫੀਲਡ ਦੇ ਕਿਸੇ ਹੋਰ ਖੇਤਰ ਦੇ ਵਿੱਚ ਚਲੇ ਗਏ ਆ। ਸੋ ਇਸ ਵੇਲੇ ਲਾ ਪਾ ਕੇ ਗੱਲ ਇਹ ਆ ਕਿ ਭਾਵੇਂ 2016-17 ਤੋਂ ਲੈ ਕੇ 2016-17 ਤੋਂ ਲੈ ਕੇ 9% ਫੈਮਿਲੀ ਫਿਜ਼ੀਸ਼ੀਅਨ ਦੇ ਵਿੱਚ ਵਾਧਾ ਹੋਇਆ। 6760 ਉਦੋਂ ਫੈਮਿਲੀ ਫਿਜ਼ੀਸ਼ੀਅਨ ਸੀਗੇ, ਤੇ ਜਿਹੜੇ ਕਿ 2021-22 ਦੇ ਵਿੱਚ ਉਹਨਾਂ ਦੀ ਗਿਣਤੀ ਵਧੀ ਆ। ਪਰ ਜਿਹੜੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਡਾਕਟਰ ਤੇ ਨਰਸਿਸ ਚਾਹੀਦੇ ਆ, ਉਹ ਹੈ ਨਹੀਂ। ਬਿਨਾਂ ਡਾਕਟਰ ਤੋਂ ਲੋਕ ਰਹਿ ਰਹੇ ਆ। ਇਹ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਰਹੀ ਹੈ ਜਦੋਂ ਜਿਹੜੇ ਡਾਕਟਰ ਆਲਰੇਡੀ ਇੱਥੇ ਕੰਮ ਕਰ ਰਹੇ ਆ ਤੇ ਉਹ ਇੱਥੋਂ ਜਾ ਰਹੇ ਆ, ਤੇ ਉਹਨਾਂ ਦੇ ਪਿੱਛੇ ਜਿਹੜੇ ਮਰੀਜ਼ ਰਹਿ ਜਾਂਦੇ ਆ, ਉਹ ਸਭ ਤੋਂ ਵੱਡੀ ਸਮੱਸਿਆ ਦਾ ਸ਼ਿਕਾਰ ਹੁੰਦੇ ਆ। ਜਿਹੜਾ ਵੀ ਡਾਕਟਰ ਇੱਥੇ ਰਿਟਾਇਰ ਹੋ ਜਾਂਦਾ, ਉਹਦੇ ਥਾਂ ਭਰਨ ਦੇ ਲਈ ਅੱਗੇ ਕੋਈ ਨਹੀਂ ਆ। ਤੇ ਜੇ ਜਿਹੜੇ ਡਾਕਟਰ ਹੈਗੇ ਆ ਆਲਰੇਡੀ ਉਹ ਵੀ ਇੱਥੋਂ ਚਲੇ ਜਾਣ ਤਾਂ ਸਮੱਸਿਆ ਹੋਰ ਵੱਡੀ ਹੋ ਜਾਂਦੀ ਹੈ। ਅਗਲੀ ਖਬਰ ਅਲਬਰਟਾ ਤੋਂ ਆ। ਖਬਰ ਇਹਦੇ ਨਾਲ ਹੀ ਸੰਬੰਧਿਤ ਆ ਜਿਹੜੀ ਅਸੀਂ ਪਹਿਲੀ ਖਬਰ ਕਰਕੇ ਹਟੇ। ਡਾਕਟਰ ਉੱਥੇ ਵੀ ਕਮੀ ਆ। ਅਸਲ 'ਚ ਕੈਨੇਡਾ ਦੇ ਸਾਰੇ ਪ੍ਰੋਵਿੰਸਿਸ ਦੇ ਵਿੱਚ ਹੀ ਡਾਕਟਰਾਂ ਦੀ ਕਮੀ ਆ। ਉੱਥੇ ਓਨਟੈਰੀਓ ਦੇ ਵਿੱਚ 13-14 ਲੱਖ ਬੰਦੇ ਕੋਲੇ ਡਾਕਟਰ ਹੈ ਨਹੀਂ, ਭਾਵੇਂ ਪਾਪੂਲੇਸ਼ਨ ਉਹਨਾਂ ਦੀ ਕਾਫੀ ਜ਼ਿਆਦਾ ਹੈ। ਅਲਬਰਟਾ ਦੇ ਵਿੱਚ ਇੱਕ ਹੋਰ ਖਬਰ ਆ ਰਹੀ ਆ ਕਿ ਉੱਥੇ ਐਪੀਡਿਊਰਲ ਸਪਲਾਈਜ਼ ਦੀ ਸ਼ਾਰਟੇਜ ਆ ਰਹੀ ਆ। ਐਪੀਡਿਊਰਲ ਇੱਕ ਦਵਾਈ ਦੱਸਦੇ ਆ ਜਾਂ ਕੋਈ ਉਹ ਮਤਲਬ ਜਿਹੜੀ ਕਿਸੇ ਦੀ ਪੇਨ ਮੈਨੇਜਮੈਂਟ ਦੇ ਲਈ ਇਹ ਵਰਤੀ ਜਾਂਦੀ ਹੈ। ਮੰਨ ਲਓ ਕਿਸੇ ਔਰਤ ਦੇ ਜਦੋਂ ਡਿਲੀਵਰੀ ਹੋਣੀ ਹੈ, ਉਹਦੇ ਬੱਚਾ ਹੋ ਰਿਹਾ, ਤਾਂ ਉਹਦੀ ਐਪੀਡਿਊਰਲ ਲਾਈ ਜਾਂਦੀ ਹੈ ਕਿ ਉਹ ਇੱਕ ਦਵਾਈ ਜਾਂ ਇੰਜੈਕਸ਼ਨ ਜਿਹੜਾ ਲਾਇਆ ਜਾਂਦਾ, ਜਿਹਦੇ ਨਾਲ ਫਿਰ ਉਹਨੂੰ ਪੇਨ ਨਹੀਂ ਹੁੰਦੀ, ਉਹਨੂੰ ਦਰਦ ਨਹੀਂ ਹੁੰਦਾ, ਤੇ ਉਹ ਜਿਹੜੀ ਡਿਲੀਵਰੀ ਆ ਹੋ ਜਾਂਦੀ ਹੈ। ਉਹਨੂੰ ਪੇਨ ਨੂੰ ਮੈਨੇਜ ਕੀਤਾ ਜਾਂਦਾ। ਜਿਹੜੇ ਐਨਸਥੀਸੀਆ ਵਾਲੇ ਡਾਕਟਰ ਨੇ, ਜਿਹੜੇ ਖਾਸ ਤੌਰ 'ਤੇ ਇਸ ਕੰਮ ਲਈ ਮਾਹਰ ਹੁੰਦੇ ਆ, ਸਰੀਰ ਦੇ ਕਿਸੇ ਹਿੱਸੇ ਨੂੰ ਸੁੰਨ ਕਰਨ ਦੇ ਲਈ, ਉਹ ਇਹ ਦਵਾਈ ਦੀ ਵਰਤੋਂ ਕਰਦੇ ਆ। ਅਲਬਰਟਾ ਹੈਲਥ ਸਰਵਿਸ ਦੱਸਦੇ ਆ, ਹਾਲਾਂਕਿ ਗੱਲ ਇਹਦੇ ਬਾਰੇ ਪੂਰੀ ਕਲੀਅਰ ਨਹੀਂ ਹੋਈ। ਉਹ ਕਹਿੰਦੇ ਸਪਲਾਈ ਚੇਨ ਦਾ ਇਸ਼ੂ ਆ ਰਿਹਾ, ਗਲੋਬਲ ਸ਼ਾਰਟੇਜ ਆ, ਵੀ ਸਾਡੀ ਇਕੱਲੇ ਅਲਬਰਟਾ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਹੀ ਜਿਹੜੀ ਇਹ ਐਪੀਡਿਊਰਲ ਕੈਥੇਟਰਸ ਆ ਤੇ ਟਿਊਬਿੰਗ ਆ, ਇਹਦੀ ਘਾਟ ਆ ਰਹੀ ਆ। ਤੇ ਹੁਣ ਜਦੋਂ ਇਹਦੀ ਘਾਟ ਆ ਤਾਂ ਉੱਥੇ ਫਿਰ ਸਮੱਸਿਆ ਆ ਜਾਣੀ ਆ ਵੀ ਇਹ ਜਿਹੜਾ ਗੋਲਡ ਸਟੈਂਡਰਡ ਆ ਪੇਨ ਮੈਨੇਜਮੈਂਟ ਦੇ ਵਿੱਚ ਕਿ ਕਿਹਨੂੰ ਤੁਸੀਂ ਇਹ ਐਪੀਡਿਊਰਲ ਦੇਣੀ ਆ ਤੇ ਕਿਹਨੂੰ ਨਹੀਂ ਦੇਣੀ, ਇਹ ਵੀ ਸਮੱਸਿਆ ਸਾਹਮਣੇ ਆ ਸਕਦੀ ਹੈ। ਜਦੋਂ ਹਸਪੀਟਲ ਦੇ ਵਿੱਚ ਜਾਇਆ ਜਾਂਦਾ, ਕਿਸੇ ਔਰਤ ਦੇ ਬੱਚਾ ਹੋਣ ਵਾਲਾ ਹੁੰਦਾ, ਉਹ ਕਈ ਵਾਰੀ ਡਾਕਟਰ ਜਿਹੜੇ ਆ ਉਹ ਪੁੱਛਦੇ ਆ ਤੁਹਾਨੂੰ ਕਿ ਤੁਸੀਂ ਐਪੀਡਿਊਰਲ ਲੈਣਾ ਜਾਂ ਨਹੀਂ ਲੈਣਾ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਇਹ ਪੇਨ ਤੋਂ ਬਿਨਾਂ ਡਿਲੀਵਰੀ ਚਾਹੁੰਦੇ, ਉਹਦੀਆਂ ਆਪਣੀਆਂ ਕੁਛ ਜਿਹੜੀਆਂ ਹੋਰ ਉਹਦੇ ਪ੍ਰੋਸੈਸਿਸ ਨੇ, ਤੇ ਜਾਂ ਤੁਸੀਂ ਇਸ ਤਰੀਕੇ ਨਾਲ ਚਾਹੁੰਦੇ। ਕਈ ਵਾਰੀ ਉਹਦੀ ਲੋੜ ਹੁੰਦੀ ਆ, ਡਾਕਟਰ ਦੱਸਦੇ ਆ ਕਿ ਹੁਣ ਇਹਨੂੰ ਐਪੀਡਿਊਰਲ ਦੇਣਾ ਪੈਣਾ, ਨਹੀਂ ਤਾਂ ਸਮੱਸਿਆ ਆ ਜੂਗੀ। ਉਹ ਜਿਹੜੀ ਦਵਾਈ ਹੈ ਜਿਹੜੀ ਪੇਨ ਨੂੰ ਮੈਨੇਜ ਕਰਦੀ ਆ, ਦਰਦ ਨੂੰ ਘਟਾਉਂਦੀ ਆ ਜਾਂ ਉਹਨੂੰ ਕਾਬੂ ਕਰਦੀ ਆ, ਉਹਦੀ ਕਮੀ ਆ ਰਹੀ ਆ। ਤੇ ਹੈਲਥ ਅਥਾਰਟੀਜ਼ ਕਹਿ ਰਹੀਆਂ ਕਿ ਸਮੱਸਿਆ ਬਹੁਤ ਵੱਡੀ ਹੈ। ਵਿੱਚ ਇਹ ਪਤਾ ਲੱਗ ਰਿਹਾ ਕਿ ਅਲਬਰਟਾ ਦੇ ਵਿੱਚ ਸਿਰਫ 2 ਹਫ਼ਤੇ ਦੀ ਸਪਲਾਈ ਰਹਿੰਦੀ ਹੈ। ਤੇ ਜੇ 2 ਹਫ਼ਤੇ ਦੀ ਰਹਿੰਦੀ ਹੈ ਤੇ ਉਹਦੇ ਤੋਂ ਬਾਅਦ ਫਿਰ ਕੀ ਬਣਨਾ, ਤੇ ਕਿਹਨੂੰ ਐਪੀਡਿਊਰਲ ਦਿੱਤਾ ਜਾਊਗਾ, ਕਿਹਨੂੰ ਐਪੀਡਿਊਰਲ ਨਹੀਂ ਦਿੱਤਾ ਜਾਊਗਾ, ਇਹ ਵੱਡੀ ਸਮੱਸਿਆ ਹੈ। ਪੇਨ ਮੈਨੇਜਮੈਂਟ ਖਾਸ ਕਰ ਜਿਹੜੇ ਹਾਈ ਰਿਸਕ ਬਰਥ ਹੁੰਦੇ ਆ, ਜਿੱਥੇ ਕੋਈ ਕੰਪਲੀਕੇਸ਼ਨ ਹੁੰਦੀ ਆ ਬੱਚੇ ਦੇ ਜਨਮ ਦੇ ਵਿੱਚ, ਉਸ ਵੇਲੇ ਇਹਦੀ ਖਾਸ ਤੌਰ ਦੇ ਉੱਤੇ ਲੋੜ ਹੁੰਦੀ ਆ, ਜਿਹੜੇ ਪੇਸ਼ੈਂਟ ਦੀ ਪੇਨ ਨੂੰ ਕੰਟਰੋਲ ਕੀਤਾ ਜਾਂਦਾ ਸਰਜਰੀ ਤੋਂ ਬਾਅਦ ਵੀ ਕਈ ਵਾਰੀ। ਸੋ ਇਹ ਡਾਕਟਰ ਇਹ ਦੱਸ ਰਹੇ ਆ ਕਿ ਆਮ ਤੌਰ ਦੇ ਉੱਤੇ ਇਹਦੀ ਵਰਤੋਂ ਨਹੀਂ ਹੁੰਦੀ, ਗਾਇਨੇਕੋਲੋਜਿਸਟ ਨੇ ਉੱਥੋਂ ਦੇ, ਪਰ ਉਹ ਕਹਿੰਦੇ ਇਹ ਜ਼ਰੂਰੀ ਬਹੁਤ ਆ। ਜਿਹੜੀ ਅਲਬਰਟਾ ਦੇ ਐਨਸਥੀਓਲੋਜਿਸਟ ਨੇ, ਜਿਹੜੇ ਮਤਲਬ ਬੰਦੇ ਨੂੰ, ਉਹ ਡਾਕਟਰ ਜਿਹੜੇ ਬੰਦੇ ਦੇ ਹਿੱਸੇ ਨੂੰ ਸੁੰਨ ਕਰਨ ਦਾ ਕੰਮ ਹੀ ਕਰਦੇ ਆ, ਉਹ ਕਹਿੰਦੇ ਵੀ ਸਾਨੂੰ ਵੀ ਕਿਤੇੋਂ ਪਤਾ ਲੱਗ ਰਿਹਾ ਵੀ ਇਹ ਸਪਲਾਈ ਸਿਰਫ ਥੋੜ੍ਹੀ ਰਹਿ ਗਈ ਆ ਤੇ ਪਿੱਛੋਂ ਵੱਡੀ ਸਮੱਸਿਆ ਆਈ ਆ। ਹੁਣ ਜਿਹੜਾ ਇਹ ਸਾਰੀ ਕਨਫਰਮੇਸ਼ਨ ਅਲਬਰਟਾ ਤੋਂ ਵੀ ਆ ਰਹੀ ਹੈ, ਬ੍ਰਿਟਿਸ਼ ਕੋਲੰਬੀਆ ਤੋਂ ਵੀ, ਸਸਕਾਚਵਨ ਤੋਂ ਵੀ, ਮੈਨੀਟੋਬਾ ਤੋਂ ਵੀ। ਇਹਨਾਂ ਸਾਰਿਆਂ ਥਾਵਾਂ ਦੇ ਉੱਤੇ ਜਿਹੜੇ ਇਹ ਕੈਥੀਟਰ ਤੇ ਐਪੀਡਿਊਰਲ ਕਿੱਟ ਆ, ਪੂਰੀ ਦੀ ਪੂਰੀ ਉਹ ਬੰਦੇ ਦੀ ਨਾੜ ਦੇ ਵਿੱਚ, ਰੀੜ੍ਹ ਦੀ ਹੱਡੀ ਦੇ ਵਿੱਚ ਪਿੱਛੋਂ ਕਿਸੇ ਤਰ੍ਹਾਂ ਪਾਈ ਜਾਂਦੀ ਹੈ, ਵੀ ਉਹ ਸਾਰੇ ਸਮਾਨ ਦੀ ਕਮੀ ਆ ਰਹੀ ਹੈ। ਤੇ ਜਿਹੜੇ ਫਿਜ਼ੀਸ਼ੀਅਨ ਆ ਇਸ ਵੇਲੇ ਡਰੇ ਪਏ ਆ ਵੀ ਜਿਸ ਪਾਪੂਲੇਸ਼ਨ ਨੂੰ ਇਹਦੀ ਲੋੜ ਆ, ਉਹਨਾਂ ਦਾ
ਬਣੂਗਾ ਕੀ। ਡਾਕਟਰ ਦੱਸਦੇ ਆ ਕਿ ਜਿਹੜੇ ਹਾਈ ਰਿਸਕ ਪੇਸ਼ੈਂਟ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਔਰਤਾਂ ਜਿਹੜੀਆਂ ਬੱਚੇ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੰਦੀਆਂ ਆ, ਜਾਂ ਜਿਹੜੀਆਂ ਪਹਿਲਾਂ ਹੀ ਕਿਸੇ ਪੇਨ ਰਿਲੀਫ ਦੇ ਮੋਡ ਦੇ ਉੱਤੇ ਆ, ਜਾਂ ਜਿਨ੍ਹਾਂ ਨੂੰ ਸੀ ਸੈਕਸ਼ਨ ਦੀ ਲੋੜ ਹੋਵੇ, ਉਹਨਾਂ ਦਾ ਉਹ ਉਸ ਵੇਲੇ ਖਾਸ ਤੌਰ ਦੇ ਉੱਤੇ ਜਿਹੜੇ ਇਹਦੀ ਲੋੜ ਹੁੰਦੀ ਆ, ਤੇ ਫਿਰ ਉੱਥੇ ਫੈਸਲਾ ਕਰਨਾ ਹੁੰਦਾ ਵੀ ਇਹਨੂੰ ਐਪੀਡਿਊਰਲ ਦੇਣਾ ਪੈਣਾ ਆ। ਜਾਂ ਜਿਹੜੀ ਦੱਸਦੇ ਆ ਕਿ ਜਿਹੜੀਆਂ ਕਈ ਤਰੀਕੇ ਦੇ ਨਾਲ ਬੱਚੇ ਦਾ ਬਰਥ ਕਰਵਾਇਆ ਜਾਂਦਾ, ਜਿਹਦੇ ਵਿੱਚ ਜਿਹੜਾ ਜਨਰਲ ਐਨਸਥੀਸੀਆ ਹੁੰਦਾ, ਤੇ ਉਹਦੇ ਨਾਲ ਨਾਲ ਹੋਰ ਕਈ ਚੀਜ਼ਾਂ ਵੀ ਉਹਨਾਂ ਨੂੰ ਜਿਹੜੀ ਉਹਦੀ ਵਰਤੋਂ ਕਰਨੀ ਪੈਂਦੀ ਆ, ਤੇ ਉਹ ਸਾਰਿਆਂ ਦੇ ਵਿੱਚ ਇਸ ਚੀਜ਼ ਦੀ ਲੋੜ ਪੈਂਦੀ ਆ। ਤੇ ਵੱਡੀ ਸਮੱਸਿਆ ਇਸ ਵੇਲੇ ਬਣੀ ਆ ਕਿ ਇਹਦੀ ਕਮੀ ਆ, ਤੇ ਜੇ ਇਹਦੀ ਕਮੀ ਆ ਤਾਂ ਇਹ ਸ਼ਾਰਟੇਜ ਵੱਡੀ ਇੱਕ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦੀ ਹੈ। ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਇਸ ਪੈਂਡੈਮਿਕ ਤੋਂ ਬਾਅਦ ਸਪਲਾਈ ਚੇਨ ਦੇ ਵਿੱਚ ਹੋਈ ਹੈ। ਬਹੁਤੀਆਂ ਚੀਜ਼ਾਂ ਬਿਨਾਂ ਸਰ ਸਕਦਾ, ਪਰ ਆਹ ਜਿਹੜੀ ਚੀਜ਼ ਆ ਜਿਹਦੇ ਵਿੱਚ ਬੱਚੇ ਦਾ ਬਰਥ ਕਰਵਾਉਣ ਵੇਲੇ ਜਿਹੜੀ ਫੋਰਸੈਪ ਦੀ ਵਰਤੋਂ ਕੀਤੀ ਜਾਂਦੀ ਹੈ, ਕਿਸੇ ਚੀਜ਼ ਨਾਲ ਫੜਿਆ ਜਾਂਦਾ, ਜਾਂ ਉਹਨੂੰ ਵੈਕਿਊਮ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੇ, ਜਿਨ੍ਹਾਂ ਦੀ ਪ੍ਰੈਗਨੈਂਸੀ ਦੇ ਵਿੱਚ ਹਾਈ BP ਹੋ ਜਾਂਦਾ, ਉਹਨਾਂ ਸਾਰਿਆਂ ਦੇ ਲਈ ਦੱਸਦੇ ਆ ਕਿ ਇਹ ਬਹੁਤ ਕੀਮਤੀ ਦਵਾਈ ਆ। ਤੇ ਹੁਣ ਜੇ ਇਹਦੀ ਕਮੀ ਆ ਰਹੀ ਆ, ਜਿਹੜੀ ਐਪੀਡਿਊਰਲ ਕੈਥੇਟਰਸ ਨੇ ਪੂਰੇ ਕੈਨੇਡਾ ਦੇ ਵਿੱਚ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਮੇਨਟੇਨ ਕੀਤਾ ਜਾਣਾ ਚਾਹੀਦਾ। ਲੋਕ ਇਸ ਗੱਲ ਤੋਂ ਚਿੰਤਤ ਨੇ। ਘਰਾਂ ਦੀਆਂ ਕੀਮਤਾਂ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀਆਂ। ਦੋ ਗੱਲਾਂ ਸਾਹਮਣੇ ਆ ਰਹੀਆਂ ਹੁਣ ਵੀ, ਜਿਸ ਬੰਦੇ ਨੇ ਘਰ ਲੈਣਾ, ਖਾਸ ਕਰ ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਘਰ ਲੈਣਾ, ਉਹਨੂੰ ਕਮਾਈ ਕਿੰਨੀ ਕੁ ਚਾਹੀਦੀ ਆ। ਬਹੁਤੇ ਲੋਕ ਇੱਥੇ ਇਸ ਕਰਕੇ ਰਹਿਣ ਨੂੰ ਤਿਆਰ ਨਹੀਂ ਵੀ ਉਹ ਅਫੋਰਡ ਹੀ ਨਹੀਂ ਕਰ ਸਕਦੇ, ਕਮਾਈ ਇੰਨੀ ਹੈ ਨਹੀਂ ਜਿੰਨੇ ਮਹਿੰਗੇ ਘਰ ਆ। ਫਿਰ ਉਹਨੂੰ ਲੱਗਦਾ ਅਸੀਂ ਕਦੇ ਵੀ ਇੱਥੇ ਘਰ ਨਹੀਂ ਲੈ ਸਕਦੇ। ਹੁਣ ਜਦੋਂ ਇੰਟਰਸਟ ਰੇਟ ਵਧੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਹੋਰ ਵਧਣੇ ਆ। ਘਰਾਂ ਦੀਆਂ ਕੀਮਤਾਂ ਠੀਕ ਹੋਈਆਂ, ਥੋੜ੍ਹੀਆਂ ਜਿਹੀਆਂ ਘਟ ਰਹੀਆਂ ਆ, ਉਨੇ ਘਰ ਨਹੀਂ ਵਿਕ ਰਹੇ। ਲਗਾਤਾਰ 3 ਮਹੀਨੇ ਤੋਂ ਕੀਮਤਾਂ ਥੱਲੇ ਆ ਰਹੀਆਂ, ਪਰ ਇਹ ਇੰਨੀਆਂ ਵੀ ਥੱਲੇ ਨਹੀਂ ਆਈਆਂ ਕਿ ਆਮ ਬੰਦੇ ਦੀ ਵੱਸ ਦੇ ਵਿੱਚ ਇਹ ਕੀਮਤਾਂ ਹੋ ਜਾਣ। ਅੰਦਾਜ਼ਾ ਇੱਕ ਲਾ ਕੇ ਉਹਨਾਂ ਨੇ ਦੱਸਿਆ ਕਿ ਬੰਦੇ ਨੂੰ ਸਾਲ ਦਾ $2,20,000 ਜਿਹੜਾ ਕਮਾਉਂਦਾ ਆ, ਉਹ ਟੋਰਾਂਟੋ ਤੇ ਵੈਨਕੂਵਰ 'ਚ ਘਰ ਲੈਣ ਬਾਰੇ ਸੋਚ ਸਕਦਾ, ਦੂਜਾ ਨਾ ਸੋਚੇ। ਜ਼ਿਆਦਾ ਘੱਟੋ ਘੱਟ ਮਤਲਬ $2,20,000 ਇੱਕ ਸਾਲ ਦਾ, ਜਿਹੜਾ ਜਿਸ ਫੈਮਿਲੀ ਦੀ ਇਨਕਮ ਆ, ਚਾਹੇ 2 ਜਣੇ ਜਾਂ 4 ਜਣੇ ਜਾਂ 1 ਜਣਾ ਆ, ਤੇ ਜੇ ਇੰਨੀ ਹੈਗੀ ਆ ਤਾਂ ਤੁਸੀਂ ਟੋਰਾਂਟੋ ਵੈਨਕੂਵਰ 'ਚ ਘਰ ਲੈਣ ਬਾਰੇ ਸੋਚੋ, ਉਹ ਵੀ 20% ਡਾਊਨ ਪੇਮੈਂਟ ਦੇ ਨਾਲ। ਵੀ ਜੇ ਮਿਲੀਅਨ ਦਾ ਘਰ ਲੈਣਾ ਹੈ ਤਾਂ 2 ਲੱਖ ਤੁਹਾਡੇ ਕੋਲ ਪਹਿਲਾਂ ਚਾਹੀਦਾ, ਤੇ ਨਾਲ ਸਾਲ ਦਾ ਤੁਸੀਂ ਇੰਨਾ ਬਣਾਉਂਦੇ ਹੋਵੋ, ਫਿਰ ਬੰਦਾ ਕੁਆਲੀਫਾਈ ਹੀ ਨਹੀਂ ਕਰਦਾ। ਜਿੰਨੀਆਂ ਇੱਥੇ ਘਰਾਂ ਦੀਆਂ ਕੀਮਤਾਂ ਆ, ਉਹਨੂੰ ਮੌਰਗੇਜ ਨਹੀਂ ਮਿਲਦੀ। ਜਿਸ ਤਰੀਕੇ ਨਾਲ ਹੋਮ ਪ੍ਰਾਈਸਿਸ, ਜਿੱਦਾਂ ਪਹਿਲਾਂ ਜ਼ਿਕਰ ਕੀਤਾ, ਡਾਊਨ ਆ ਰਹੇ ਇਸ ਹੌਟ ਮਾਰਕੀਟ ਦੇ ਵਿੱਚ, ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਇਨਕਮ ਜਿੰਨੀ ਇਹਦੇ ਲਈ ਚਾਹੀਦੀ ਆ ਘਰਾਂ ਨੂੰ ਖਰੀਦਣ ਦੇ ਲਈ, ਉਹ ਅਜੇ ਵੀ ਵੱਧ ਆ, ਕਿਉਂਕਿ ਇੰਟਰਸਟ ਰੇਟ ਵੱਧ ਗਏ ਆ। ਹੁਣ ਹੋਣਾ ਤਾਂ ਇਹ ਚਾਹੀਦਾ ਸੀ ਕਿ ਘਰਾਂ ਦੀਆਂ ਕੀਮਤਾਂ ਕੁਛ ਥੱਲੇ ਆ ਗਈਆਂ, ਉਹਦੇ ਨਾਲ ਲੋਕਾਂ ਦੀ ਮੌਰਗੇਜ ਸੌਖੀ ਹੋ ਜਾਵੇ, ਸਸਤਾ ਘਰ ਮਿਲ ਜਾਂਦਾ ਉਹਨਾਂ ਨੂੰ, ਥੋੜ੍ਹਾ ਜਿਹਾ ਉਨੀ ਘੱਟ ਲਈ ਉਹ ਕੁਆਲੀਫਾਈ ਕਰਨਾ ਪਊਗਾ। ਪਰ ਦੂਜੇ ਪਾਸੇ ਜਿਹੜੇ ਇੰਟਰਸਟ ਰੇਟ ਵੱਧ ਗਿਆ, ਉਹਨੇ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਆ। 2022 ਤੇ ਮਾਰਚ 2022 ਤੇ ਮਾਰਚ 20 ਜੂਨ ਦੇ ਵਿੱਚ ਰੀਅਲ ਸਟੇਟ ਦਾ ਡਾਟਾ ਇਕੱਠਾ ਕੀਤਾ, ਤੇ ਉਹਨਾਂ ਨੇ ਫਿਰ ਕੈਲਕੂਲੇਸ਼ਨ ਕੀਤੀ ਆ। ਕੈਲਕੂਲੇਸ਼ਨ ਕਰਕੇ ਉਹਨਾਂ ਨੇ ਦੱਸਿਆ ਕਿ ਜਿਹੜਾ ਟੋਰਾਂਟੋ 'ਚ ਰਹਿਣ ਵਾਲਾ ਬੰਦਾ ਆ, ਉਹਨੂੰ 15,750, ਯਾਨੀ ਕਿ 7% ਹੋਰ ਮਾਰਚ ਦੇ ਜਿਹੜੇ ਕੰਪੈਰੇਟਿਵਲੀ ਜੂਨ ਦੇ ਵਿੱਚ ਜ਼ਿਆਦਾ ਉਹਦੀ ਇਨਕਮ ਚਾਹੀਦੀ ਆ। ਜੇ ਉਹਨੇ ਮਾਰਚ 'ਚ ਘਰ ਲੈਂਦਾ ਤਾਂ ਉਹਨੂੰ ਜਿੰਨੀ ਇਨਕਮ ਚਾਹੀਦੀ ਸੀ ਉਹਦੇ ਤੋਂ ਹੁਣ 15,000 ਦੇ ਕਰੀਬ ਜ਼ਿਆਦਾ ਚਾਹੀਦੀ ਹੈ। ਤੇ ਵੈਨਕੂਵਰ ਦੇ ਵਿੱਚ ਜੇ ਉਹ ਰਹਿੰਦਾ ਤੇ ਉਹਨੂੰ 31,000 ਮਾਰਚ ਨਾਲੋਂ ਜੂਨ ਦੇ ਵਿੱਚ ਜ਼ਿਆਦਾ ਇਨਕਮ ਚਾਹੀਦੀ ਹੈ। ਸਮਝਣ ਵਾਲੀ ਗੱਲ ਕੀ ਆ ਕਿ ਘਰ ਸਸਤੇ ਹੋ ਰਹੇ ਆ, ਪਰ ਉਹਦੀ ਜਿਹੜੀ ਕੁਆਲੀਫਿਕੇਸ਼ਨ ਆ, ਜਿਹੜੀ ਮੌਰਗੇਜ ਮਿਲਣੀ ਆ, ਉਹਨੂੰ ਕਰਜ਼ਾ ਮਿਲਣਾ ਆ, ਬੈਂਕ ਨੇ ਦੇਣਾ ਆ, ਉਹ ਔਖਾ ਹੋ ਰਿਹਾ। ਤੇ ਬੰਦੇ ਨੂੰ ਇਨਕਮ ਜ਼ਿਆਦਾ ਚਾਹੀਦੀ ਆ। ਸਾਰੇ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਐਨੂਅਲ ਇਨਕਮ ਜੇ ਕਿਸੇ ਨੇ ਜਿਹੜਾ ਘਰ ਲੈਣਾ ਆ, ਉਹ 18,000 ਹੋਰ ਜ਼ਿਆਦਾ ਉੱਤੇ ਚਲੀ ਗਈ ਐਵਰੇਜ ਤੋਂ ਪਿਛਲੇ 4 ਮਹੀਨਿਆਂ ਦੇ ਵਿੱਚ। ਵਿਕਟੋਰੀਆ BC ਦੇ ਵਿੱਚ ਦੱਸਦੇ ਆ ਕਿ ਬਿਗੈਸਟ ਇਨਕਰੀਜ਼ ਆਇਆ ਜੂਨ ਦੇ ਕੰਪੈਰੇਟਿਵਲੀ 35,000 ਦੇ ਕਰੀਬ 23% ਜ਼ਿਆਦਾ ਹੋਇਆ। ਸੋ ਅਜੇ ਵੀ ਸਿਗਨੀਫਿਕੈਂਟਲੀ ਜਿਹੜੇ ਇਹ ਡਰੋਪ ਹੋ ਰਹੇ ਆ, ਪਰ ਹਾਇਰ ਮੌਰਗੇਜ ਰੇਟ ਤੇ ਦੂਜੇ ਪਾਸੇ ਸਟ੍ਰੈਸ ਟੈਸਟ, ਇਹ ਜਿਹੜਾ ਚੀਜ਼ਾਂ ਸਾਰੀਆਂ ਆ, ਇਹਨੇ ਲੋਕਾਂ ਨੂੰ ਬਿਪਤਾ ਪਾਈ ਆ। ਲਗਾਤਾਰ ਇੰਟਰਸਟ ਰੇਟ ਉੱਤੇ ਜਾ ਰਹੇ ਆ, ਘਰਾਂ ਦੀਆਂ ਕੀਮਤਾਂ ਥੱਲੇ ਆ ਰਹੀਆਂ। ਇੰਟਰਸਟ ਰੇਟ ਉੱਤੇ ਹੀ ਇਸ ਕਰਕੇ ਕੀਤੇ ਜਾ ਰਹੇ ਆ ਕਿ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਉਹ ਥੱਲੇ ਆ ਜਾਣ। 1.9% ਦੱਸਦੇ ਆ ਕਿ ਘਰਾਂ ਦੀਆਂ ਕੀਮਤਾਂ ਥੱਲੇ ਆ ਗਈਆਂ। ਜਿਹੜੀਆਂ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਦੇ ਡਾਟੇ ਆ, ਉਹ ਇਹ ਗੱਲਾਂ ਦੱਸ ਰਹੇ ਆ। ਤੇ ਪਰ ਇਹਦੇ ਨਾਲ ਨਾਲ ਘਰ ਲੈਣਾ ਅੱਗੇ ਨਾਲੋਂ ਮੁਸ਼ਕਲ ਹੁੰਦਾ ਜਾ ਰਿਹਾ। ਤੇ ਜਿੰਨੀ ਕਰੈਕਸ਼ਨ 2023 ਤੱਕ ਕਹਿੰਦੇ ਹੋਣ ਦੀ ਆਸ ਆ, ਪਰ ਜਿਹੜਾ ਸਟ੍ਰੈਸ ਟੈਸਟ ਆ, ਮਤਲਬ ਤੁਹਾਨੂੰ ਉਹਨਾਂ ਵਿਆਜ ਨਹੀਂ ਦੇਣਾ ਪੈਣਾ, ਪਰ ਤੁਹਾਡੀ ਕੁਆਲੀਫਿਕੇਸ਼ਨ ਵੱਧ ਵਿਆਜ ਤੇ ਕੀਤੀ ਜਾਊਗੀ। ਵੀ ਕੀ ਕੱਲ੍ਹ ਨੂੰ ਜੇ ਵਿਆਜ ਇੰਨਾ ਹੋ ਜਾਵੇ, ਤੁਸੀਂ ਫੇਰ ਵਿਆਜ ਦੇ ਸਕਦੇ ਆ, ਫਿਰ ਤੁਹਾਡੀ ਪੇਮੈਂਟ ਮਹੀਨੇ ਦੀ ਜਾਂਦੀ ਆ। ਜਿਹੜੀ
ਇਹ ਮੌਰਗੇਜ ਦਾ ਸਟ੍ਰੈਸ ਟੈਸਟ ਆ, ਉਹ ਕਹਿੰਦੇ 5.25 5.25% ਦੇ ਉੱਤੇ ਜਾਂ ਇਹ ਤੋਂ ਜ਼ਿਆਦਾ ਕੀਤਾ ਜਾਂਦਾ। ਤੇ ਇਹ ਹੁਣ ਸਮੱਸਿਆ ਜਿਹੜੀ ਇਸ ਵੇਲੇ ਹੈਗੀ ਆ ਕਿ $2,20,000 ਜੇਕਰ ਸਾਲ ਦਾ ਬਣਦਾ ਆ, ਤੁਹਾਡੀ ਕੋਈ ਇਨਕਮ ਹੈਗੀ ਆ, ਤੇ ਤੁਸੀਂ ਸੋਚ ਸਕਦੇ ਆ ਇਹਨਾਂ ਥਾਵਾਂ ਦੇ ਉੱਤੇ ਘਰ ਲੈਣ ਬਾਰੇ। ਨਹੀਂ ਤਾਂ ਇੱਥੇ ਘਰ ਲੈਣਾ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ। ਅਗਲੀ ਖਬਰ ਜਿਹੜੀ ਇਹਦੇ ਨਾਲ ਹੀ ਸੰਬੰਧਿਤ ਆ ਕਿ ਘਰਾਂ ਦੀਆਂ ਕੀਮਤਾਂ ਕਿੱਥੇ ਘੱਟ ਨੇ, ਵੀ ਜੇਕਰ ਘਰ ਲੈਣਾ ਆ ਤਾਂ ਘਰ ਕਿੱਥੇ ਲਿਆ ਜਾਵੇ। ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਘਰ ਜਿਹੜੇ ਲਏ ਜਾ ਸਕਦੇ ਆ ਔਰ ਬਾਕੀ ਥਾਵਾਂ ਨਾਲੋਂ ਸਸਤੇ ਆ, ਤੇ ਉੱਥੇ ਬੰਦਾ ਫਿਰ ਮਤਲਬ ਘਰ ਦਾ ਮਾਲਕ ਬਣ ਸਕਦਾ। ਭਾਵੇਂ ਉੱਥੇ ਦੇ ਸਮੱਸਿਆਵਾਂ ਹੋਰ ਨੇ ਕਿ ਕਿਤੇ ਜਿਹੜਾ ਟੈਂਪਰੇਚਰ ਬਹੁਤ ਘੱਟ ਆ, ਕਿਤੇ ਹੋਰ ਚੀਜ਼ ਆ, ਪਰ ਓਵਰਆਲ ਬੰਦਾ ਘਰ ਲੈ ਸਕਦਾ ਉੱਥੇ ਜਾ ਕੇ। ਤੇ ਜ਼ਰੂਰੀ ਨਹੀਂ ਕਿ ਸਰਕਾਰਾਂ ਵੀ ਇਹ ਚਾਹੁੰਦੀਆਂ ਕਿ ਉਹਨਾਂ ਇਲਾਕਿਆਂ ਦੇ ਵਿੱਚ ਲੋਕ ਜਾਣ ਜਿੱਥੇ ਅਫੋਰਡੇਬਲ ਹਾਊਸਿੰਗ ਆ, ਸਿਰਫ ਟੋਰਾਂਟੋ ਵੈਨਕੂਵਰ ਇਹਨਾਂ ਤੋਂ ਬਾਹਰ ਨਿਕਲਿਆ ਜਾਵੇ। ਪਰ ਉਹਨਾਂ ਥਾਵਾਂ ਦੇ ਉੱਤੇ ਜਿਹੜਾ ਉਨੀਆਂ ਜ਼ਿਆਦਾ ਸਹੂਲਤਾਂ ਨਾ ਹੋਣ ਕਰਕੇ ਜਿਹੜੀਆਂ ਉੱਥੇ ਸਮੱਸਿਆ ਆਉਂਦੀ ਆ। ਪਰ ਰੀਅਲ ਅਸਟੇਟ ਦੀ ਲਿਸਟਿੰਗ ਦੱਸਦੀ ਆ, ਕੈਨੇਡੀਅਨ ਰੀਅਲ ਅਸਟੇਟ ਦਾ ਜਿਹੜਾ ਪੂਰਾ ਲੈਂਡਸਕੇਪ ਆ, ਉਹ ਇਹਦੇ ਵਿੱਚੋਂ ਇਹ ਪਤਾ ਲੱਗਦਾ ਕਿ ਆਹ ਕੁਛ ਥਾਵਾਂ ਹੈਗੀਆਂ ਜਿੱਥੇ ਤੁਸੀਂ ਜੇ ਹੁਣ ਜਾ ਕੇ ਘਰ ਲੈਣ ਲੱਗ ਜਾਓ ਤਾਂ ਉੱਥੇ ਜਾ ਕੇ ਤੁਹਾਨੂੰ ਜਿਹੜੇ ਘਰ ਸਸਤਾ ਮਿਲ ਸਕਦਾ। ਜਿਹੜੇ ਬਹੁਤ ਸਾਰੀਆਂ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨਸ ਨੇ, ਉਹਨਾਂ ਨੇ ਇੱਕ 20 ਇਹੋ ਜਿਹੇ ਏਰੀਏ ਲੱਭੇ ਆ ਜਿਹੜੇ ਚੀਪੈਸਟ ਨੇ, ਜਿਹੜੇ ਸਭ ਤੋਂ ਸਸਤੇ ਨੇ ਕੈਨੇਡਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ, ਜਿੱਥੇ ਜਾ ਕੇ ਤੁਸੀਂ ਘਰ ਲੈ ਸਕਦੇ ਹੋ। ਸੈਗੋਨੀ ਕੁਬੈਕ ਦੇ ਵਿੱਚ ਇੱਕ ਏਰੀਆ ਆ ਜਿੱਥੇ ਐਵਰੇਜ ਹੋਮ ਪ੍ਰਾਈਸ $2,67,353 ਆ, ਜਾਣੀ $2,67,000 ਦਾ ਇੱਥੇ ਕੁਬੈਕ ਦੇ ਵਿੱਚ ਤੁਹਾਨੂੰ ਘਰ ਮਿਲ ਸਕਦਾ। ਘਰ ਹੀ ਲੈਣਾ ਤਾਂ ਉੱਥੇ ਜਾਇਆ ਜਾ ਸਕਦਾ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਜੇਕਰ ਤੁਸੀਂ ਘਰ ਲੈਣਾ ਚਾਹੁੰਦੇ ਆ ਤਾਂ $2,80,000 ਦਾ ਘਰ ਇੱਥੇ ਅੱਜ ਵੀ ਮਿਲਦਾ ਆ। ਸੇਂਟ ਜੌਨ ਦੇ ਵਿੱਚ, ਨਿਊ ਬਰੰਜ਼ਵਿਕ ਦੇ ਵਿੱਚ ਜੇਕਰ ਘਰ ਲੈਣਾ ਚਾਹੁੰਦੇ ਤਾਂ $2,94,000 ਦਾ, ਇਹ ਤੀਜੇ ਨੰਬਰ ਤੇ ਉਹਨਾਂ ਨੇ ਦੱਸਿਆ ਵੀ। ਰਜਾਈਨਾ ਦੇ ਵਿੱਚ ਘਰ ਲੈਣਾ, ਸਸਕਾਚਵਨ ਦੇ ਵਿੱਚ ਬਹੁਤ ਮਸ਼ਹੂਰ ਸ਼ਹਿਰ ਆ, $3,22,000 ਦਾ ਘਰ ਅੱਜ ਵੀ ਉੱਥੇ ਮਿਲ ਜਾਂਦਾ ਆ। ਕੁਬੈਕ CMA ਦੇ ਵਿੱਚ $3,25,000 ਦਾ ਘਰ ਮਿਲ ਜਾਂਦਾ। ਟਰਾਈਓਸ ਰੈਵਰਬਰ ਕੁਬੈਕ ਦੇ ਵਿੱਚ $3,30,000 ਦਾ ਮਿਲ ਜਾਂਦਾ। ਇਸੇ ਤਰ੍ਹਾਂ ਥੰਡਰ ਵੇ ਓਨਟਾਰੀਓ ਦਾ ਬਹੁਤ ਮਸ਼ਹੂਰ ਇਲਾਕਾ ਆ, $3,58,000 ਦਾ ਘਰ ਅੱਜ ਵੀ ਉੱਥੇ ਮਿਲਦਾ ਆ ਤੇ ਉੱਥੇ ਲਿਆ ਜਾ ਸਕਦਾ ਹੈ। ਸਸਕਾਟੂਨ ਸਸਕਾਚਵਿਨ ਦੇ ਵਿੱਚ $3,76,000 ਦਾ ਘਰ ਮਿਲ ਜਾਂਦਾ, ਜਿਹੜੀ ਐਵਰੇਜ ਪ੍ਰਾਈਸ ਆ। ਐਡਮਿੰਟਨ ਦੇ ਵਿੱਚ $4,02,000 ਐਵਰੇਜ ਉੱਥੇ ਵੀ ਪ੍ਰਾਈਸ ਹੈਗੀ ਆ। ਐਡਮਿੰਟਨ ਦੇ ਵਿੱਚ ਘਰ ਲੈਣਾ ਵੀ ਬਹੁਤ ਸੌਖਾ ਹੈ, ਬਹੁਤ ਸਾਰੇ ਲੋਕ ਇੱਥੋਂ ਜਾ ਕੇ ਐਡਮਿੰਟਨ ਦੇ ਵਿੱਚ ਘਰ ਲੈਂਦੇ ਆ। ਇਸੇ ਤਰ੍ਹਾਂ ਸ਼ੇਰਬਰਗ ਕੁਬੈਕ ਦੇ ਵਿੱਚ ਉੱਥੇ ਵੀ $4,35,000 ਦਾ ਘਰ ਮਿਲਦਾ, ਇਹ 10ਵੇਂ ਨੰਬਰ ਤੇ ਆਉਂਦਾ ਆ। ਸਡਬਰੀ ontario ਦੇ ਵਿੱਚ ਬੜਾ ਮਸ਼ਹੂਰ ਇਲਾਕਾ ਹੈ, $4,54,000 ਦਾ ਘਰ ਹਜੇ ਵੀ ਉੱਥੇ ਮਿਲਦਾ ਆ। ਗੈਟਨੋ ਕੁਬੈਕ ਦੇ ਵਿੱਚ $4,82,000 ਦਾ ਘਰ ਮਿਲਦਾ। ਕੈਲਗਰੀ ਦਾ ਨੰਬਰ 13ਵਾਂ ਆਉਂਦਾ, $5,19,000 ਦਾ ਘਰ ਇੱਥੇ ਵੀ ਮਿਲਦਾ। ਅਲਬਰਟਾ ਨਾਲੋਂ ਇਹ ਮਹਿੰਗਾ ਆ, ਪਰ ਫਿਰ ਵੀ ਟੋਰਾਂਟੋ ਵੈਨਕੂਵਰ ਨਾਲੋਂ $5,19,000 ਦੇ ਵਿੱਚ ਤੁਹਾਨੂੰ ਘਰ ਮਿਲ ਜਾਂਦਾ। ਹੈਲੀਫੈਕਸ ਦੇ ਵਿੱਚ ਜੇਕਰ ਤੁਸੀਂ ਜਾ ਸਕਦੇ ਹੋ, ਨੋਵਾ ਸਕੋਸ਼ੀਆ ਦੇ ਵਿੱਚ, ਤੇ $5,36,000 ਦਾ ਘਰ, ਇਹ 14ਵੇਂ ਨੰਬਰ ਦੇ ਉੱਤੇ ਆਉਂਦਾ। ਵਿਨੀਪੈਗ ਮੈਨੀਟੋਬਾ ਦਾ ਬਹੁਤ ਮਸ਼ਹੂਰ ਸ਼ਹਿਰ, ਚੰਗਾ ਸ਼ਹਿਰ, ਪੰਜਾਬੀਆਂ ਦੀ ਬਹੁਤ ਵਸੋਂ ਆ, ਇੱਥੇ ਵੀ $5,37,000 ਦਾ ਘਰ ਇੱਥੇ ਦੱਸਦੇ ਆ। ਮੌਂਟਰੀਅਲ ਕੁਬੈਕ ਦੇ ਵਿੱਚ $5,42,000 ਦਾ ਘਰ ਮਿਲ ਜਾਂਦਾ। ਲੰਡਨ ਤੇ ਸੇਂਟ ਥਾਮਸ ontario ਦੇ ਵਿੱਚ $6,50,000 ਦਾ ਘਰ ਮਿਲਦਾ। ਵਿੰਡਸਰ ontario ਦੇ ਵਿੱਚ ਤਾਂ ਬੜਾ ਮਤਲਬ ਮਸ਼ਹੂਰ ਇਲਾਕਾ ਆ, $6,68,000 ਦਾ ਘਰ ਮਿਲ ਜਾਂਦਾ। ਆਟਵਾ ਦੇ ਵਿੱਚ $6,88,000 ਦਾ ਘਰ ਮਿਲ ਜਾਂਦਾ। ਤੇ ਨਿਆਗਰਾ ਰੀਜਨ ontario ਦਾ ਜਿਹੜਾ ਹੈਗਾ ਉੱਥੇ $8.25 ਜਾਣੀ ਕਿ $7,47,700 ਦਾ ਘਰ ਉੱਥੇ ਮਿਲ ਜਾਂਦਾ। ਆ ਜਿਹੜੀਆਂ 20 ਥਾਵਾਂ ਨੇ, ਇਹਨਾਂ 20 ਥਾਵਾਂ ਦੇ ਉੱਤੇ ਜਾ ਕੇ ਵੀ ਘਰ ਲਿਆ ਜਾ ਸਕਦਾ। ਜੇ ਕੋਈ ਬੰਦਾ ਕਹਿੰਦਾ ਵੀ ਮੈਂ ਮਹਿੰਗੇ ਘਰ ਦੀ ਨਹੀਂ ਲੈਣੇ ਤੇ ਮੈਂ ਸਾਰੀ ਉਮਰ ਇਹਦੀਆਂ ਪੇਮੈਂਟਾਂ ਨਹੀਂ ਦੇਣੀਆਂ, ਉਹ ਇੱਥੇ ਸੌਖਾ ਜੀਵਨ ਕੱਟ ਸਕਦਾ। ਇਹ 20 ਥਾਵਾਂ ਉਹਨਾਂ ਨੇ ਕੱਢ ਕੇ, ਉਹਨਾਂ ਦੀ ਸਾਰੀ ਐਵਰੇਜ ਕਿੰਨੇ ਵਿਕਦੇ ਕੀ ਕਰਕੇ ਉਹ ਕੱਢ ਕੇ ਉਹਨਾਂ ਨੇ ਦੱਸਿਆ ਕਿ ਪਹਿਲੇ ਨੰਬਰ ਤੇ ਆ ਤੇ 20ਵੇਂ ਨੰਬਰ ਤੱਕ ਇੱਥੇ ਜਾ ਕੇ ਤੁਸੀਂ ਘਰ ਲੈ ਸਕਦੇ ਹੋ। ਕੁਦਰਤੀ ਹੈ ਜੇ ਬਾਕੀ ਥਾਵਾਂ ਦੇ ਉੱਤੇ ਘਰਾਂ ਦੀ ਮਾਰਕੀਟ ਦੇ ਉੱਤੇ ਅਸਰ ਪੈ ਰਿਹਾ, ਇੱਥੇ ਘਰਾਂ ਦੀਆਂ ਕੀਮਤਾਂ ਥੱਲੇ ਆਉਂਦੀਆਂ, ਤਾਂ ਇਹਨਾਂ ਥਾਵਾਂ ਦੇ ਉੱਤੇ ਵੀ ਹੋਰ ਕੀਮਤਾਂ ਥੱਲੇ ਆਉਂਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਦੀ ਗੱਲਬਾਤ, ਗਰਮੀ ਦੀ ਚਰਚਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਯੂਰਪ ਦੇ ਵਿੱਚ ਰਿਕਾਰਡ ਟੁੱਟ ਰਹੇ ਆ, ਪੂਰੇ ਯੂਰਪ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਆ। ਬ੍ਰਿਟਨ ਦੇ ਵਿੱਚ ਰਿਕਾਰਡ ਟੁੱਟ ਰਹੇ ਆ, ਪਹਿਲਾਂ ਕਦੇ ਗਰਮੀ ਦੇਖੀ ਨਹੀਂ ਉਹਨਾਂ ਨੇ, 40-40 ਡਿਗਰੀ ਤੱਕ ਜਿਹੜੀ ਇਸ ਵੇਲੇ ਉੱਥੇ ਆਮ ਹੋਈ ਪਈ ਆ। ਤੇ ਇਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਆ, ਤੇ ਪੂਰੀ ਦੁਨੀਆ ਵਾਂਗੂ ਇਹਦਾ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਵੀ ਅਸਰ ਪੈ ਰਿਹਾ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਜਿਹੜਾ ਸੂਬਾ ਆ, ਇੱਥੇ ਉਹ ਗੱਲਬਾਤ ਨਹੀਂ ਹੋਈ ਜਿਹੜੀ ਪਿਛਲੇ ਸਾਲ ਹੋਈ ਸੀ, ਪਰ ਫਿਰ ਵੀ
ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀਕਐਂਡ ਤੇ ਅੱਗੇ ਵੀਕ ਆਉਣਾ, ਇਹਦੇ ਵਿੱਚ ਕਹਿੰਦੇ ਗਰਮੀ ਥੋੜੀ ਜਿਹੀ ਵੱਧ ਸਕਦੀ ਹੈ, ਇਹਦੇ ਤੋਂ ਬਚਾਅ ਰੱਖਿਆ ਜਾਵੇ। ਔਰ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਵਿੱਚ ਮੌਸਮ ਠੰਡਾ ਹੁੰਦਾ, ਪਰ ਫਿਰ ਗਰਮੀ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਹੋ ਜਾਂਦੀ ਹੈ। ਪਰ ਹੁਣ ਉਨਾ ਟੈਂਪਰੇਚਰ ਨਹੀਂ ਕਹਿੰਦੇ ਵਧਣਾ, ਪਰ 30 ਡਿਗਰੀ ਫਿਰ ਵੀ ਦੱਸਦੇ ਆ ਕਿ 30 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਰਹਿ ਸਕਦਾ ਹੈ ਸਮਰ ਦੇ ਵਿੱਚ। ਕੁਛ ਕੁ ਦਿਨ ਵਧੀਆ ਟਾਈਮ ਦੇ ਇੰਨੇ ਕੁ ਨੂੰ ਵਧੀਆ ਹੀ ਗਿਣਦੇ ਆ, ਤੇ ਜਿਹੜਾ ਤੁਸੀਂ ਆਪਣਾ ਬਚਾਅ ਰੱਖ ਸਕਦੇ ਹੋ। ਜੇ ਤੁਹਾਡੇ ਕੋਲ ਪੱਖਾ ਹੈਗਾ ਆ ਤੇ ਚੰਗੀ ਗੱਲ ਆ, ਏਅਰ ਕੰਡੀਸ਼ਨ ਹੈਗਾ ਉਹ ਵੀ ਚੰਗੀ ਗੱਲ ਆ, ਤੇ ਜਾਂ ਤੇ ਉਹਨੂੰ ਲੈ ਲਓ ਕਹਿੰਦੇ ਆ ਉਹ ਇਸ ਵੇਲੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਪੈਣੀ, ਭਾਵੇਂ ਕਿ ਗਰਮੀ ਦੇ ਥੋੜ੍ਹੇ ਹੀ ਦਿਨ ਰਹਿੰਦੇ ਆ, ਖਤਰਾ ਅੱਗੇ ਜਿੰਨਾ ਹੈ ਨਹੀਂਗਾ, ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਹਦੇ ਬਾਰੇ ਵਾਰਨਿੰਗ ਪਹਿਲਾਂ ਦਿੱਤੀ ਗਈ ਆ। ਕਾਰਨ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਨੁਕਸਾਨ ਬਹੁਤ ਹੋਇਆ ਸੀ। 600-700 ਬੰਦਾ ਗਰਮੀ ਦੇ ਨਾਲ ਹੀ ਮਾਰਿਆ ਗਿਆ ਸੀ ਪਿਛਲੀਆਂ ਗਰਮੀਆਂ ਦੇ ਵਿੱਚ, ਤੇ ਲੋਕ ਐਤਕੀ ਵੀ ਡਰੇ ਸੀ। ਪਿਛਲੇ ਸਾਲ ਸਟੋਰਾਂ ਦੇ ਉੱਤੋਂ ਪੱਖਾ ਕੋਈ ਨਹੀਂ ਸੀ ਲੱਭਦਾ, ਤੇ ਐਤਕੀ ਲੋਕਾਂ ਨੇ ਪਹਿਲਾਂ ਹੀ ਏਸੀ ਲੈ ਕੇ ਰੱਖ ਲਿਆ ਸੀ, ਭਾਵੇਂ ਕਿ ਗਰਮੀ ਉਨੀ ਜ਼ਿਆਦਾ ਨਹੀਂ ਪਈ। ਆਉਣ ਵਾਲੇ ਦਿਨ ਦੱਸਦੇ ਆ ਕਿ ਇਹਨਾਂ ਦੇ ਵਿੱਚ ਜਿਹੜੀ ਗਰਮੀ ਆ ਉਹ ਜ਼ਿਆਦਾ ਪੈ ਸਕਦੀ ਹੈ। ਬੜੀਆਂ ਜਿਹੜੀਆਂ ਪਲੇਸਿਸ ਬਣੀਆਂ, ਕੂਲਿੰਗ ਪਲੇਸਿਸ ਬਣੀਆਂ, ਜਿੱਥੇ ਤੁਸੀਂ ਜਾ ਸਕਦੇ ਹੋ। ਤੇ ਨਾਲ ਇਹ ਵੀ ਦੱਸਦੇ ਆ ਕਿ ਜੇ ਕਿਤੇ ਆ ਵੀਕਐਂਡ ਦੇ ਉੱਤੇ ਜਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਤੁਸੀਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਆ, ਤਾਂ ਉਹ ਟੈਂਪਰੇਚਰ ਜ਼ਰੂਰ ਦੇਖੋ ਜਿੱਥੇ ਜਾ ਰਹੇ ਹੋ ਉੱਥੋਂ ਦਾ ਤਾਪਮਾਨ ਕੀ ਹੈ, ਕਿਉਂਕਿ ਤਾਪਮਾਨ ਥੋੜ੍ਹਾ ਜਿਹਾ ਵੱਧ ਰਿਹਾ ਆ, ਤੇ ਇਹ ਬਹੁਤ ਇੰਪੋਰਟੈਂਟ ਆ ਕਿ ਇਹਦੇ ਅਨੁਸਾਰ ਉੱਥੇ ਜਾਇਆ ਜਾਵੇ। ਤੇ ਬਾਕੀ ਗੱਲਾਂ ਦਾ ਖਿਆਲ ਰੱਖ ਕੇ ਇਸ ਜਿਹੜੀ ਰੀਸੈਂਟ ਹੀਟ ਵੇਵ ਇਸ ਵੇਲੇ ਚੱਲ ਰਹੀ ਹੈ, ਇਹਦੇ ਤੋਂ ਕਿਸੇ ਤਰੀਕੇ ਦੇ ਨਾਲ ਬਚਿਆ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਹੀਟ ਡੋਮ ਨਹੀਂ ਹੈਗੇ, ਜਿਹੜੇ ਵਾਰਨਿੰਗ ਤੇ ਰਿਮਾਈਂਡਰਸ ਨੇ ਉਹ ਪਿਛਲੇ ਸਾਲ ਵਾਲੇ ਹੀਟ ਡੋਮ ਤੋਂ ਬਾਅਦ ਆ ਰਹੇ ਆ। 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਬਹੁਤ ਸਾਰੇ ਲੋਕ ਜਿਹੜੇ ਬਿਮਾਰ ਹੋ ਗਏ ਸੀ ਸਮਰ 2021 ਦੀ ਸਮਰ ਦੇ ਵਿੱਚ। ਤੇ ਇਸ ਵੀਕ ਤੇ ਅਗਲੇ ਹਫ਼ਤੇ ਦੇ ਵਿੱਚ ਹੁਣ ਜਿਹੜਾ ਟੈਂਪਰੇਚਰ ਇਹ ਉੱਤੇ ਜਾਣਾ ਆ, ਇਹ ਦੱਸਦੇ ਆ ਕਿ ਲਗਭਗ ਉਹਦੇ ਜਿਹੜਾ ਪਿਛਲੇ ਸਾਲ ਹੀਟ ਡੋਮ ਸੀਗਾ ਉਹ ਹੀਟ ਡੋਮ ਤਾਂ ਨਹੀਂ ਬਣੂਗਾ, ਉੱਥੇ ਤੱਕ ਟੈਂਪਰੇਚਰ ਤਾਂ ਨਹੀਂ ਪਹੁੰਚੂਗਾ, ਪਰ ਟੈਂਪਰੇਚਰ ਵਧੂਗਾ ਜ਼ਰੂਰ। ਇਹਦੇ ਤੋਂ ਜਿੰਨਾ ਬਚਾਅ ਕਰ ਸਕਦੇ ਹੋ, ਤੇ ਆਪਣਾ ਸਾਰਾ ਕੁਝ ਜਿਹੜਾ ਚੈੱਕ ਕਰਕੇ ਫਿਰ ਹੀ ਕੋਈ ਟ੍ਰਿਪ ਬਾਹਰਲਾ ਬਣਾਇਆ ਜਾਵੇ। 30 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਇਸ ਸਮੇਂ ਦੇ ਵਿੱਚ ਹੋ ਸਕਦਾ ਹੈ। ਕਈ ਥਾਵਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਵਧੇ ਟੈਂਪਰੇਚਰ ਨੇ ਸਮੱਸਿਆਵਾਂ ਪੈਦਾ ਕੀਤੀਆਂ। ਜਿੱਦਾਂ ਟੈਂਪਰੇਚਰ ਵੱਧਦਾ ਉੱਦਾਂ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਵੀ ਜਿਹੜਾ ਕਾਫੀ ਇਜ਼ਾਫਾ ਹੁੰਦਾ ਆ। ਅੱਜ ਇੱਕ ਹਿਸਟੋਰਿਕ ਮੂਵ ਬ੍ਰਿਟਿਸ਼ ਕੋਲੰਬੀਆ ਦੇ ਇੱਕ ਇਤਿਹਾਸਿਕ ਫੈਸਲਾ ਲਿਆ ਇਹਨਾਂ ਨੇ, ਇੱਕ ਟਰਮੀਨੇਟ ਕੀਤਾ, ਇੱਕ ਖਤਮ ਕੀਤਾ, ਐਗਰੀਮੈਂਟ ਖਤਮ ਕੀਤਾ। ਐਗਰੀਮੈਂਟ ਕਿਹੜਾ ਹੈ? ਜਿਹੜਾ ਫੈਡਰਲ ਸਰਕਾਰ ਨੇ ਕਿਹਾ ਸੀ ਕਿ ਜਿਹੜੀ ਇਮੀਗ੍ਰੇਸ਼ਨ ਦੇ ਡਿਟੇਨੀਜ਼ ਨੇ ਉਹਨਾਂ ਨੂੰ ਪ੍ਰੋਵਿੰਸ਼ੀਅਲ ਜੇਲ੍ਹਾਂ ਦੇ ਵਿੱਚ ਰੱਖੋ। ਹੁਣ ਇੱਕ ਬੰਦੇ ਨੇ ਤੇ ਕੋਈ ਬੰਦਾ ਮਾਰਿਆ ਜਾਂ ਕੋਈ ਕ੍ਰਾਈਮ ਕੀਤਾ ਆ, ਇਹ ਵੱਖਰਾ ਆ, ਤੇ ਇੱਕ ਬੰਦਾ ਜਿਹੜਾ ਬਾਰਡਰ ਤੇ ਫੜਿਆ ਗਿਆ ਵੀ ਉਹਦੇ ਕੋਲੇ ਕਾਗਜ਼ ਪੱਤਰ ਹੈ ਨਹੀਂ ਜਾਂ ਉਹਨੇ ਇਮੀਗ੍ਰੇਸ਼ਨ ਗਲਤ ਕੀਤੇ ਨਾਲ ਕੁਛ ਕੀਤਾ ਆ, ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਪ੍ਰੋਵਿੰਸ ਦੀਆਂ ਜੇਲ੍ਹ ਦੇ ਵਿੱਚ ਰੱਖੋ। ਫੜਦੀ ਫੈਡਰਲ ਗਵਰਨਮੈਂਟ ਆ, ਕਿਉਂਕਿ ਕੰਮ ਤੇ ਫੈਡਰਲ ਗਵਰਨਮੈਂਟ ਦਾ ਆ। ਇਹਨਾਂ ਨੂੰ ਕਹਿੰਦੇ ਸੀ ਕਿ ਪ੍ਰੋਵਿੰਸ਼ੀਅਲ ਜੇਲ੍ਹ ਦੇ ਵਿੱਚ ਰੱਖੋ, ਤੇ ਬ੍ਰਿਟਿਸ਼ ਕੋਲੰਬੀਆ ਨੇ ਅੱਜ ਕਹਿ ਦਿੱਤਾ ਵੀ ਅਸੀਂ ਇਹ ਐਗਰੀਮੈਂਟ ਨਹੀਂ ਕਰਨਾ, ਜਾਂ ਇੱਦਾਂ ਕਹਿ ਲਓ ਕਿ ਅੱਗੇ ਤੋਂ ਜਿਹੜੇ ਇਹ ਇਮੀਗ੍ਰੇਸ਼ਨ ਦੇ ਡਿਟੇਨੀਜ਼ ਨੇ ਇਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਜੇਲ੍ਹਾਂ ਦੇ ਨਾਲ ਨਹੀਂ ਰੱਖਣਾ। ਕੱਲ੍ਹ ਵੀਰਵਾਰ ਨੂੰ ਸੀਨ ਆਇਆ, BC ਪਬਲਿਕ ਸੇਫਟੀ ਮਿਨਿਸਟਰ ਨੇ ਅਤੇ ਸੋਲਿਸਿਟਰ ਜਨਰਲ ਨੇ ਸਾਡੇ ਮਾਈਕ ਫਾਰਨਵਰਥ, ਉਹਨਾਂ ਨੇ ਕਿਹਾ ਕਿ ਪ੍ਰੋਵਿੰਸ ਹੁਣ ਖਤਮ ਕਰ ਰਿਹਾ। ਜਿਹੜਾ ਕੰਟਰੈਕਟ ਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਸਾਡੇ ਨਾਲ, ਜਿਹਦੇ ਵਿੱਚ ਇਹਨਾਂ ਲੋਕਾਂ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਉਹਨਾਂ ਜੇਲ੍ਹਾਂ ਦੇ ਵਿੱਚ ਡਿਟੇਨ ਕੀਤਾ ਜਾਂਦਾ ਆ। ਇਹ ਅਨਾਊਂਸਮੈਂਟ ਆਈ ਆ ਜਦੋਂ ਪ੍ਰੋਵਿੰਸ਼ੀਅਲ ਰਿਵਿਊ ਸ਼ੁਰੂ ਹੋਇਆ ਆ ਪਿਛਲੀ ਫਾਲ ਦੇ ਵਿੱਚ, ਜਿਹੜਾ ਇਹ ਦੇਖਦਾ ਸੀ ਕਿ ਸਾਰੇ ਅਰੇਂਜਮੈਂਟ, ਸਾਰਾ ਕੁਝ ਪਬਲਿਕ ਸੇਫਟੀ ਕੀ ਸਹੀ ਆ। ਯੂਨਾਈਟਿਡ ਨੇਸ਼ਨ ਦੇ ਸਟੈਂਡਰਡ ਮਿਨੀਮਮ ਰੂਲਸ ਨੇ ਕਿ ਜਿਹੜੇ ਟਰੀਟਮੈਂਟ ਕਰਨੀ ਉਹਨਾਂ ਪ੍ਰਿਜ਼ਨਰਸ ਨੂੰ ਕੈਨੇਡੀਅਨ ਕੋਰਟ ਜਿਹੜੀ ਭੇਜਦੀ ਹੈ। ਮਤਲਬ ਯੂਨਾਈਟਿਡ ਨੇਸ਼ਨ ਇੱਕ ਸਟੈਂਡਰਡ ਸੈੱਟ ਕਰਦੀ ਹੈ ਵੀ ਜਿਹੜੇ ਇਹ ਤੁਸੀਂ ਫੜਦੇ ਆ ਬੰਦੇ ਇਸ ਤਰੀਕੇ ਦੇ ਨਾਲ, ਇਹਨਾਂ ਨੂੰ ਘੱਟੋ ਘੱਟ ਇਸ ਹਿਸਾਬ ਨਾਲ ਰੱਖਿਆ ਜਾਊਗਾ। ਤੇ ਉਸ ਹਿਸਾਬ ਕਿਤਾਬ ਦੇ ਨਾਲ ਜੇ ਤਾਂ ਉਹ ਪੈਰਾਮੀਟਰ ਸੈੱਟ ਬਹਿੰਦੇ ਆ ਫਿਰ ਉਹਨਾਂ ਨੂੰ ਰੱਖਿਆ ਜਾਂਦਾ, ਨਹੀਂ ਤਾਂ ਉਹ ਕਹਿੰਦੇ ਇਹ ਗਲਤ ਆ। ਤੇ ਉਸੇ ਰੌਸ਼ਨੀ ਦੇ ਵਿੱਚ ਹੁਣ ਸਰਕਾਰ ਜਿਹੜੀ ਇਹ ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਰਹਿ ਕੇ ਉਹ ਕਹਿੰਦੇ ਵੀ ਅਸੀਂ ਇਹਦੇ ਲਈ ਬਹੁਤ ਡੈਡੀਕੇਟਡ ਆ, ਤੇ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਲੋਕਾਂ ਨੂੰ ਬਾਕੀ ਕੈਦੀਆਂ ਦੇ ਨਾਲ ਰੱਖਿਆ ਜਾਵੇ। BC ਕਰੈਕਸ਼ਨਸ ਜਿਹੜੀਆਂ CBSA ਨੂੰ ਪ੍ਰੋਵਾਈਡ ਕਰਦੀਆਂ 12 ਮਹੀਨੇ ਦਾ ਰਿਟਨ ਨੋਟਿਸ, ਜਿਹਦੇ ਵਿੱਚ ਕਰੰਟ ਅਰੇਂਜਮੈਂਟ ਜਿਹੜਾ ਉਹਨਾਂ ਨੂੰ ਦੇਖਿਆ ਜਾਊਗਾ। ਤੇ ਹੁਣ ਇਹ ਕਿਉਂਕਿ ਹਿਊਮਨ ਰਾਈਟਸ ਵਾਚ ਤੇ ਐਮਨੈਸਟੀ ਇੰਟਰਨੈਸ਼ਨਲ ਆ, ਦੋਵਾਂ ਨੇ ਲਾਂਚ ਕੀਤੀ ਸੀ ਵੈਲਕਮ ਟੂ ਕੈਨੇਡਾ ਕੈਂਪੇਨ ਪਿਛਲੇ ਸਾਲ, ਉਹਦੇ ਵਿੱਚ ਇਹ ਸਾਰੇ ਫੈਸਲੇ ਲਏ ਗਏ ਸੀ। ਹੁਣ ਇਹ ਡਿਸੀਜਨ ਜਿਹੜਾ ਇੱਕ ਉਸੇ ਚੀਜ਼ ਦਾ ਸਟੈਪ ਆ, ਜਿਹਦੇ ਵਿੱਚ ਪਹਿਲਾ ਪ੍ਰੋਵਿੰਸ ਹੈਗਾ ਜਿਹੜਾ
ਜਿਹੜੇ ਰਿਫਿਊਜੀਜ਼ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੂਜੇ ਬੰਦਿਆਂ ਦੇ ਨਾਲ ਬੰਦ ਕਰਨ ਦੇ ਫੈਸਲੇ ਨੂੰ ਰੋਕ ਰਿਹਾ ਆ ਕਿ ਇਸ ਤਰ੍ਹਾਂ ਨਹੀਂ ਹੋਊਗਾ। ਇਹੀ ਟਰੂ ਹਿਊਮਨ ਰਾਈਟ ਵਿਕਟਰੀ ਆ ਕਿ ਜਿਹੜੀ ਡਿਗਨਿਟੀ ਦੇ ਨਾਲ ਕਿਸੇ ਬੰਦੇ ਨੂੰ ਅੰਦਰ ਰੱਖਣਾ ਹੈ ਤੇ ਉਹਨਾਂ ਦੀ ਕੈਟਾਗਰੀ ਬਣਾ ਕੇ ਕਿ ਕਿਹੜੇ ਲੋਕ ਜਿਹੜੇ ਆ ਉਹਨਾਂ ਨੂੰ ਕਿੱਥੇ ਰੱਖਣਾ। ਇਸ ਵੇਲੇ ਦੱਸਦੇ ਆ ਕਿ ਜਿਹੜੇ 8800 ਮਾਈਗਰੈਂਟਸ ਹੈਗੇ ਆ ਜਿਹੜੇ ਡਿਟੇਨ ਕੀਤੇ ਆ ਕੈਨੇਡਾ ਦੇ ਵਿੱਚ, ਤੇ 19% ਇਹਨਾਂ ਦੇ ਵਿੱਚੋਂ ਪ੍ਰੋਵਿੰਸ਼ੀਅਲ ਫੈਸਿਲਿਟੀ ਦੇ ਵਿੱਚ ਆ। 2020-2021 ਦੇ ਵਿੱਚ ਇਹ ਨੰਬਰ ਜਿਹੜਾ ਘਟ ਗਿਆ ਸੀ, 1600 ਦੇ ਕਰੀਬ ਰਹਿ ਗਿਆ ਸੀ। 40% ਜਿਹੜੇ ਪ੍ਰੋਵਿੰਸ਼ੀਅਲ ਜੇਲ੍ਹ ਦੇ ਵਿੱਚ ਸੀਗੇ ਪਬਲਿਕ ਹੈਲਥ ਕੰਸਰਨ ਕਰਕੇ। ਸੋ ਇਹ ਸਾਰੇ ਮਾਮਲੇ ਦੇ ਵਿੱਚ BC ਨੇ ਹੁਣ ਕਹਿ ਦਿੱਤਾ ਕਿ ਅਸੀਂ ਇਸ ਐਗਰੀਮੈਂਟ ਦੇ ਨਾਲ ਸਹਿਮਤ ਨਹੀਂ ਹਾਂ ਤੇ ਅਸੀਂ ਇਹਨਾਂ ਨੂੰ ਉਹਨਾਂ ਦੇ ਨਾਲ ਬਾਕੀ ਕੈਦੀਆਂ ਦੇ ਨਾਲ ਨਹੀਂ ਰੱਖ ਰਹੇ। ਇਹ ਇੱਕ ਬਹੁਤ ਵੱਡਾ ਹਿਸਟੋਰਿਕ ਮੂਵ ਅੱਜ ਦੱਸਿਆ ਜਾ ਰਿਹਾ ਆ, ਜਿਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੇ ਸਿੱਟੇ ਨਿਕਲਣ ਦੀ ਆਸ ਕੀਤੀ ਜਾਂਦੀ ਹੈ। ਅਰਾਈਵਕਨ ਐਪ ਫਿਰ ਚਰਚਾ ਦੇ ਵਿੱਚ ਆ। ਕੋਵਿਡ ਲਗਭਗ ਖਤਮ ਹੋ ਗਿਆ। ਲੋਕ ਮੰਨ ਰਿਹਾ ਕਿ ਕੋਵਿਡ ਖਤਮ ਹੋ ਗਿਆ, ਉਹ ਇਸ ਕਰਕੇ ਮੰਨ ਰਿਹਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਉਹ ਹਟ ਰਹੀਆਂ, ਪਰ ਫਿਰ ਵੀ ਹਜੇ ਕੋਵਿਡ ਹੈਗਾ। ਸਾਡੇ ਗੁਆਂਢੀ ਮੁਲਕ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਕੋਵਿਡ ਹੋ ਗਿਆ ਤੇ ਉਹ ਆਪਣਾ ਆਈਸੋਲੇਟ ਕਰ ਰਿਹਾ। ਜਿਹੜੇ ਉਹਨਾਂ ਦੇ ਪਲਾਨ ਸੀਗੇ ਉਹਨਾਂ ਨੇ ਕੈਂਸਲ ਕਰ ਦਿੱਤੇ ਆ। ਹੁਣ ਅਰਾਈਵਕੈਨ ਦੇ ਮਾਮਲੇ ਦੇ ਵਿੱਚ ਕੁਝ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਗੱਲਾਂ ਬਾਤਾਂ ਇਹ ਸਾਹਮਣੇ ਆ ਰਹੀਆਂ ਕਿ ਜਦੋਂ ਬੰਦਾ ਕੈਨੇਡਾ ਦੇ ਵਿੱਚ ਆਉਂਦਾ ਉਹਨੂੰ ਇਹਦੇ ਉੱਤੇ ਆਪਣੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਕੁਝ ਲੋਕਾਂ ਨੇ ਆਪਣੀ ਇਨਫੋਰਮੇਸ਼ਨ ਦਿੱਤੀ, ਬਿਲਕੁਲ ਸਹੀ ਇਨਫੋਰਮੇਸ਼ਨ ਦਿੱਤੀ, ਉਹਨਾਂ ਨੂੰ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਸੀ, ਵੈਕਸੀਨੇਟਡ ਹੋ ਸੀਗੇ, ਕੋਵਿਡ ਉਹਨਾਂ ਨੂੰ ਹੋਇਆ ਨਹੀਂ। ਪਰ ਅਰਾਈਵਕੈਨ ਐਪ ਦੀਆਂ ਕੁਝ ਗਲਤੀਆਂ ਕਾਰਨ ਉਹਨਾਂ ਲੋਕਾਂ ਨੂੰ ਵਿਪਤਾ ਦੇ ਵਿੱਚ ਪਾ ਦਿੱਤਾ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕੁਆਰੰਟਾਈਨ ਕਰੋ, ਨਹੀਂ ਤਾਂ ਤੁਹਾਨੂੰ ਜੁਰਮਾਨਾ ਹੋ ਜਾਊਗਾ ਤੇ ਜਾਂ ਤੁਹਾਨੂੰ ਜੇਲ੍ਹ ਹੋ ਜਾਊਗੀ। ਹੁਣ ਇਹ ਪਤਾ ਲੱਗਿਆ ਕਿ ਇਸ ਐਪ ਦੇ ਵਿੱਚ ਹੀ ਕੋਈ ਗਲਿਚ ਸੀ ਕਿ ਜਿਹੜੀ ਆਪਣੇ ਆਪ ਈਮੇਲ ਉਹਨਾਂ ਨੂੰ ਭੇਜੀ ਜਾਂਦੀ ਆ ਜਿਹੜੀ ਗਲਤ ਸੀਗੀ। ਇਹ ਗਲਿਚ ਅਰਾਈਵਕੈਨ ਐਂਟਰੀ ਐਪ ਦੇ ਵਿੱਚ ਦੱਸਿਆ ਜਾ ਰਿਹਾ ਤੇ ਇਹਦਾ ਹੁਣ ਕੋਈ ਨਾ ਕੋਈ ਹੱਲ ਕਰਨ ਬਾਰੇ ਗੱਲਬਾਤ ਕੀਤੀ ਜਾ ਰਹੀ ਆ। ਇਹ ਵੀ ਪਤਾ ਹੈ ਕਿ ਤੁਹਾਨੂੰ ਜਦੋਂ ਜਿਹੜੀ ਫੈਡਰਲ ਸਰਕਾਰ ਦੇ ਉੱਤੇ ਬਹੁਤ ਸਾਰਾ ਇਸ ਵੇਲੇ ਪ੍ਰੈਸ਼ਰ ਆ ਪੋਲੀਟੀਸ਼ੀਅਨ ਵੱਲੋਂ, ਟੂਰਿਜ਼ਮ ਗਰੁੱਪਸ ਵੱਲੋਂ, ਹੋਰ ਬਹੁਤੀਆਂ ਚੀਜ਼ਾਂ ਵੱਲੋਂ ਕਿ ਜਿਹੜੀ ਇਹ ਐਪ ਆ ਇਹਨੂੰ ਹੁਣ ਸਕ੍ਰੈਪ ਕਰ ਦਿਓ, ਇਹਨੂੰ ਬੰਦ ਕਰ ਦਿਓ, ਇਹ ਜਿਹੜੀ ਹੋ ਚੁੱਕਾ ਬਹੁਤ ਕੁਝ ਠੀਕ ਠਾਕ ਆ। ਪਰ ਸਰਕਾਰ ਇਹ ਕਹਿ ਰਹੀ ਆ ਕਿ ਲੱਗਦਾ ਆ ਕੋਵਿਡ ਚਲੇ ਗਿਆ, ਪਰ ਅਜੇ ਤੱਕ ਇਹ ਗਿਆ ਨਹੀਂ ਆ। ਕੋਵਿਡ ਅਜੇ ਵੀ ਇੱਥੇ ਹੀ ਆ। ਅਰਾਈਵਕੈਨ ਐਪ ਜਿਹੜੀ ਦੱਸਦੇ ਆ ਕਿ ਕੁਝ ਪ੍ਰੋਬਲਮ ਤਾਂ ਬਹੁਤ ਸਾਰੇ ਲੋਕਾਂ ਨੂੰ ਇਹਨੇ ਕੀਤੀ ਆ। ਇੱਕ ਜੋੜਾ ਸੀਗਾ 10 ਜੁਲਾਈ ਨੂੰ ਕੈਨੇਡਾ ਦੇ ਵਿੱਚ ਸ਼ਿਕਾਗੋ ਤੋਂ ਐਂਟਰ ਕੀਤਾ, ਸਾਰਾ ਕੁਝ ਉਹਨਾਂ ਨੇ ਠੀਕ ਠਾਕ ਭਰ ਦਿੱਤਾ, ਬਾਰਡਰ ਦੇ ਉੱਤੇ ਕੋਈ ਉਹਨਾਂ ਨੂੰ ਦਿੱਕਤ ਨਹੀਂ ਸੀ ਐਪ ਦੇ ਉੱਤੇ, ਤੇ ਵੈਕਸੀਨੇਟਡ ਉਹ ਸੀਗੇ ਹੀ ਤੇ ਕੁਆਰੰਟਾਈਨ ਉਹਨਾਂ ਨੂੰ ਕਰਨਾ ਨਹੀਂ ਪੈਣਾ ਸੀ। ਪਰ ਜਦੋਂ 6 ਦਿਨ ਲੰਘੇ ਤੇ 6 ਦਿਨ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਈਮੇਲ ਆ ਉਹਨਾਂ ਦੇ ਜੰਕ ਮੇਲ ਬਾਕਸ ਦੇ ਵਿੱਚ ਅਰਾਈਵਕੈਨ ਦੇ ਤੋਂ ਆਈ ਆ ਕਿ ਉਹ ਇਹਨਾਂ ਨੂੰ ਇਹ ਕਹਿ ਰਹੀ ਹੈ, ਇੰਸਟਰਕਸ਼ਨ ਦੇ ਰਹੀ ਹੈ ਕਿ ਕੁਆਰੰਟਾਈਨ ਕਰੋ। ਉਹ ਕਨਫਿਊਜ਼ ਹੋ ਗਏ ਇਸ ਮਾਮਲੇ ਦੇ ਵਿੱਚ ਕਿ ਹੁਣ ਅਸੀਂ ਕਰੀਏ ਕੀ। ਜੇ ਤਾਂ ਉਹ ਪ੍ਰੋਬਲਮ, ਉਹ ਕਹਿੰਦੇ ਬਾਅਦ 'ਚ ਪਤਾ ਲੱਗਿਆ ਕਿ ਪ੍ਰੋਬਲਮ ਗਲਿਚ ਕਰਕੇ ਆ, ਉਹ ਡਰ ਗਏ ਇਸ ਗੱਲ ਤੋਂ ਵੀ ਜੇ ਨਾ ਕੀਤਾ, ਕਿਉਂਕਿ ਉਹਦੇ 'ਚ ਬੜੀ ਇੱਕ ਫੀਅਰਫੁਲ ਵਾਰਨਿੰਗ ਲਿਖੀ ਹੈ। ਜਦੋਂ ਵੀ ਤੁਹਾਨੂੰ ਈਮੇਲ ਆਉਂਦੀ ਆ ਉਹ ਬੜੀ ਥ੍ਰੈਟਨਿੰਗ ਲੈਂਗੁਏਜ ਦੇ ਵਿੱਚ ਕਹਿੰਦੀ ਹੈ ਕਿ ਤੁਹਾਨੂੰ $5000 ਤੋਂ ਜ਼ਿਆਦਾ ਜੁਰਮਾਨਾ ਹੋ ਸਕਦਾ ਆ ਤੇ ਤੁਹਾਡੇ ਘਰ ਪੁਲਿਸ ਵੀ ਆ ਸਕਦੀ ਆ। ਤੇ ਬੰਦਾ ਡਰ ਜਾਂਦਾ ਤੇ ਉਹਦੇ ਤੋਂ ਬਾਅਦ ਉਹ ਕੁਆਰੰਟਾਈਨ ਕਰਨਾ ਸ਼ੁਰੂ ਕਰ ਦਿੰਦਾ, ਜਦੋਂ ਕਿ ਇਹ ਇਨਫੋਰਮੇਸ਼ਨ ਜਿਹੜੀ ਉਹਨਾਂ ਤੱਕ ਪਹੁੰਚਦੀ ਆ ਇਨਕਰੈਕਟ ਹੁੰਦੀ ਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕਹਿ ਰਹੀ ਆ ਕਿ ਉਹਨਾਂ ਨੇ ਜਿਹੜਾ ਟੈਕਨੀਕਲ ਗਲਿਚ ਆ ਇਹਨੂੰ ਦੇਖ ਰਹੇ ਆ ਉਹ, ਤੇ ਇਹਦੇ ਨਾਲ ਬਹੁਤ ਕੁਝ ਜਿਹੜਾ ਹੋਰ ਸਮੱਸਿਆਵਾਂ ਪੈਦਾ ਹੋਈਆਂ। ਪਰ ਇਹਦੇ ਨਾਲ ਹੀ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਸਰਕਾਰ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਐਪ ਨੂੰ ਹੁਣ ਬੰਦ ਕਰ ਦਿੱਤਾ ਜਾਵੇ। ਸਰਕਾਰ ਜਿਹੜੀ ਚਾਹੁੰਦੀ ਆ ਵੀ ਜਿਹੜੇ ਲੋਕ ਚਾਹੁੰਦੇ ਆ ਕਿ ਇੱਥੇ ਹੁਣ ਆਰਾਮ ਨਾਲ ਆਉਣ, ਕਿਸੇ ਕਿਸਮ ਦੀ ਉਹਨਾਂ ਨੂੰ ਐਪ ਦੇ ਉੱਤੇ ਡਾਟਾ ਅਪਲੋਡ ਨਾ ਕਰਨਾ ਪਵੇ, ਕਿਉਂਕਿ ਬਹੁਤ ਸਾਰੀਆਂ ਟਰੈਵਲ ਰੈਸਟ੍ਰਿਕਸ਼ਨਸ ਚੱਕੀਆਂ ਜਾ ਚੁੱਕੀਆਂ ਵੈਕਸੀਨੇਟਡ ਜਿਹੜੇ ਲੋਕ ਨੇ ਉਹਨਾਂ ਦੇ ਲਈ। ਜਿਹੜੇ ਲੋਕ ਦੇਸ਼ ਦੇ ਵਿੱਚ ਦਾਖਲ ਹੋ ਰਹੇ ਆ ਉਹਨਾਂ ਨੂੰ ਅਜੇ ਵੀ ਇਸ ਵੈਕਸੀਨੇਸ਼ਨ ਇਨਫੋਰਮੇਸ਼ਨ ਤੇ ਹੋਰ ਸਾਰਾ ਕੁਝ ਇਸ ਐਪ ਦੇ ਉੱਤੇ ਪਾਉਣਾ ਪੈਂਦਾ ਆ, ਤੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ 14 ਦਿਨ ਦਾ ਕੁਆਰੰਟਾਈਨ ਕਰਨਾ ਪੈਂਦਾ ਤੇ $5000 ਦਾ ਜੁਰਮਾਨਾ ਵੀ ਹੋ ਜਾਂਦਾ ਹੈ। 2020 ਦੇ ਵਿੱਚ ਐਪ ਇੰਟਰੋਡਿਊਸ ਕੀਤੀ ਸੀ, ਤੁਹਾਨੂੰ ਯਾਦ ਹੋਊਗਾ ਜਦੋਂ ਹੀ ਇਹ ਐਪ ਇੰਟਰੋਡਿਊਸ ਕੀਤੀ ਸੀ ਉਸ ਵੇਲੇ ਬਹੁਤ ਸਾਰੀਆਂ ਕੰਪਲੇਂਟਸ ਆਉਣ ਲੱਗ ਪਈਆਂ ਸੀਗੀਆਂ। ਜਿਹੜੇ ਬਾਰਡਰ ਮੇਅਰਸ ਨੇ ਉਹਨਾਂ ਨੇ ਵੀ ਪਿਛਲੇ ਸਮੇਂ ਦੇ ਵਿੱਚ ਫੈਡਰਲ ਸਰਕਾਰ ਨੂੰ ਕਿਹਾ ਸੀ ਕਿ ਅਰਾਈਵਕੈਨ ਐਪ ਬੰਦ ਕੀਤੀ ਜਾਵੇ, ਅਸੀਂ ਤਾਂ ਇੱਥੇ ਰੋਜ਼ ਆਉਣਾ ਜਾਣਾ ਹੁੰਦਾ ਜਾਂ 100 ਇੱਧਰਲੇ ਉੱਧਰਲੇ ਜਾਂਦੇ ਆ। ਹੁਣ ਜਦੋਂ ਸਾਰਾ ਕੁਝ ਖਤਮ ਹੋ ਗਿਆ ਤੇ ਇਸ ਐਪ ਨੂੰ ਵੀ ਬੰਦ ਕਰ ਦੇਣਾ ਚਾਹੀਦਾ। ਉਹ ਐਪ ਤਾਂ ਬੰਦ ਨਹੀਂ ਕੀਤੀ ਗਈ, ਪਰ ਉਹਦੇ ਨਾਲ ਸਮੱਸਿਆਵਾਂ ਹੋਰ ਸਾਹਮਣੇ ਆ ਰਹੀਆਂ ਕਿ ਜਿਹਨਾਂ ਲੋਕਾਂ ਨੂੰ ਲੋੜ ਵੀ ਨਹੀਂ ਆ ਨੋਟਿਸ ਭੇਜਣ ਦੀ, ਉਹਨਾਂ ਲੋਕਾਂ ਨੂੰ ਈਮੇਲਾਂ ਜਾ ਰਹੀਆਂ ਕਿ ਤੁਸੀਂ ਜਿਹੜਾ ਕੁਛ ਨਾ ਕੁਛ ਕਰੋ ਤੇ ਕੁਆਰੰਟਾਈਨ ਕਰੋ। ਲੋਕ ਇਸ ਚੀਜ਼ ਤੋਂ ਡਰੇ ਆ। ਇੱਕ ਵਾਰੀ ਫੇਰ ਇਸ ਐਪ ਦੀ, ਅਰਾਈਵਕੈਨ ਐਪ ਦੀ ਜਿਹੜੀ ਆਲੋਚਨਾ ਆ ਉਹ ਸਾਰੇ ਪਾਸਿਓਂ ਹੋ ਰਹੀ ਆ ਤੇ ਲੋਕ ਮੰਗ ਕਰ ਰਹੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਸ ਐਪ ਨੂੰ ਬੰਦ ਕਰ ਦਿੱਤਾ ਜਾਵੇ। ਪਰ ਸਰਕਾਰ ਆਪਣੀ ਦਲੀਲ ਦੇ ਰਹੀ ਹੈ ਕਿ ਨਹੀਂ, ਅਜੇ ਕਿਉਂਕਿ ਕੋਵਿਡ ਗਿਆ ਨਹੀਂ ਹੈ ਇਸ ਕਰਕੇ ਜੇ ਐਪ ਨੂੰ ਬੰਦ
नहीं किया जा सकता। अगलियां दो खबरां अमेरिका दीयां ने। अमेरिका ਦੀਆਂ ਖਬਰਾਂ ਇਸ ਕਰਕੇ ਨੇ ਕਿ ਇੱਕ ਖਬਰ ਤਾਂ ਇਸ ਕਰਕੇ ਅਮਰੀਕਾ ਦੀ ਹੈ ਕਿ ਜੋ ਕੁਝ ਅਮਰੀਕਾ ਦੇ ਵਿੱਚ ਪਹਿਲਾਂ ਵਾਪਰ ਜਾਂਦਾ ਉਹ ਸਾਡੇ ਬਾਅਦ ਵਿੱਚ ਵਾਪਰਦਾ। ਜਦੋਂ ਉੱਥੇ ਇੰਟਰਸਟ ਰੇਟ ਪਹਿਲਾਂ ਵੱਧ ਰਿਹਾ, ਸਾਡੇ ਤੋਂ ਜ਼ਿਆਦਾ ਵੱਧ ਚੁੱਕਿਆ, ਹੌਲੀ ਹੌਲੀ ਕੈਨੇਡਾ ਵਧਾ ਰਿਹਾ ਹੈ। ਮਸਲਾ ਸੇਮ ਹੀ ਹੈ ਕਿ ਮਹਿੰਗਾਈ ਵਧੀ ਹੈ। ਮਹਿੰਗਾਈ ਉੱਥੇ ਪਹਿਲਾਂ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ, ਇਹ ਉਹਦੇ ਪਿੱਛੇ ਪਿੱਛੇ ਮਹਿੰਗਾਈ ਵੱਧਦੀ ਹੈ। ਸਪਲਾਈ ਚੇਨ ਦੇ ਇਸ਼ੂ ਉਹੀ ਨੇ, ਸਾਰੀਆਂ ਸਮੱਸਿਆਵਾਂ ਉਹੀ ਨੇ। ਹੁਣ ਜਿਹੜੀ ਅਗਲੀ ਸਟੈਪ ਤੋਂ ਜੇ ਤੋਂ ਲੋਕ ਡਰਦੇ ਆ ਉਹ ਇਹ ਆ ਕਿ ਕਿਤੇ ਰਿਸੈਸ਼ਨ ਨਾ ਆ ਜਾਵੇ, ਮਾਰਕੀਟ ਨਾ ਰੁਕ ਜਾਵੇ। ਲੋਕ ਡਰੇ ਪਏ ਆ। ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ। ਕੁਛ ਲੋਕ ਕਹਿੰਦੇ ਰਿਸੈਸ਼ਨ ਆਉਣਾ ਹੀ ਨਹੀਂ, ਕੁਛ ਲੋਕ ਕਹਿੰਦੇ ਆ ਚੁੱਕਾ ਵੀ, ਅਸੀਂ ਇਸ ਵੇਲੇ ਹਾਈ ਰਿਸੈਸ਼ਨ 'ਚ ਆ। ਪਰ ਇਹਦੇ ਨਾਲ ਨਾਲ ਇਕੋਨਮੀ ਜਿਹੜੀ ਠੀਕ ਠਾਕ ਚੱਲਦੀ ਰਹੀ। ਪਰ ਪਹਿਲੀ ਵਾਰ ਅਮਰੀਕਾ ਦੇ ਵਿੱਚ ਹੁਣ ਕੁਛ ਨਿਸ਼ਾਨੀਆਂ ਇੱਦਾਂ ਦੀਆਂ ਦਿਖਣੀਆਂ ਸ਼ੁਰੂ ਹੋਈਆਂ ਜਿਹੜੀਆਂ ਦੱਸ ਰਹੀਆਂ ਕਿ ਅਸੀਂ ਆਰਥਿਕ ਮੰਦਵਾੜੇ ਦੇ ਵੱਲੋਂ ਜਾਂ ਤਾਂ ਵੱਧ ਰਹੇ ਹਾਂ ਤੇ ਜਾਂ ਆਰਥਿਕ ਮੰਦਵਾੜੇ ਦੇ ਵਿੱਚ ਆ ਚੁੱਕੇ ਹਾਂ। ਉਹ ਲੋਕ ਜਿਹੜੇ ਆਪਣੀ ਪ੍ਰਮੋਸ਼ਨ ਦੀ ਆਸ ਕਰਦੇ ਸੀ ਵੀ ਸਾਨੂੰ ਪ੍ਰਮੋਸ਼ਨ ਮਿਲ ਜਾਣੀ ਹੈ ਅਗਲੇ ਮਹੀਨੇ, ਤੇ ਉਹਨਾਂ ਨੂੰ ਲੇ ਆਫ ਦਾ ਨੋਟਿਸ ਮਿਲ ਗਿਆ ਕਿ ਭਾਈ ਤੁਸੀਂ ਆਪਣੇ ਘਰ ਜਾਓ। ਪੈਨਸਲਵੇਨੀਆ ਦੇ ਵਿੱਚ ਇੱਕ ਥਾਂ ਦੇ ਉੱਤੇ ਕੰਮ ਕਰਦੇ ਵਿਅਕਤੀ ਨੇ ਆਪਣੀ ਗੱਲਬਾਤ ਦੱਸੀ ਹੈ ਕਿ ਕੁਛ ਮਹੀਨਾ ਪਹਿਲਾਂ ਜਿਹੜੀ ਹਾਲਤ ਸੀਗੀ ਉਹ ਅੱਜ ਨਹੀਂ ਆ, ਤੇ ਰਿਸੈਸ਼ਨ ਦੇ ਕੁਛ ਸਾਈਨਸ ਜਿਹੜੇ ਨਜ਼ਰ ਆ ਰਹੇ ਆ, ਤੇ ਇਨਫਲੇਸ਼ਨ ਬਹੁਤ ਸਿੱਧਾ ਅਸਰ ਪਾ ਰਹੀ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ 50% ਤੇ ਫਿਰ 50% ਸੇਲ ਘਟ ਗਈ ਹੈ, ਤੇ ਕੁਛ ਬਿਜ਼ਨਸ ਉੱਥੇ ਬੰਦ ਹੋ ਗਿਆ, ਤੇ ਉਹਨਾਂ ਨੂੰ ਲੇ ਆਫ ਕਰਨਾ ਪਿਆ ਆ ਕਿ ਹੁਣ ਸਾਡੇ ਕੋਲ ਇੱਕ ਕੰਮ ਹੈ ਨਹੀਂਗਾ। ਜਿਹੜੀ ਅਨਐਮਪਲੋਇਮੈਂਟ ਰੇਟ ਸੀ ਉਹ ਬਹੁਤ ਮੈਟਰ ਕਰਦਾ ਸੀ। ਪਿਛਲੇ ਸਮੇਂ ਦੇ ਵਿੱਚ ਨੌਕਰੀਆਂ ਉਸੇ ਤਰ੍ਹਾਂ ਸੀ, ਬੰਦੇ ਨਹੀਂ ਸੀ ਲੱਭਦੇ। ਕਈ ਵਾਰੀ ਤਾਂ ਖਬਰ ਆਉਂਦੀ ਹੈ ਨੌਕਰੀਆਂ ਬਹੁਤ ਆ, ਬੰਦੇ ਨਹੀਂ ਲੱਭਦੇ। ਹੁਣ ਪਤਾ ਲੱਗਿਆ ਕਿ ਲੇ ਆਫ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ, ਤੇ ਜਿਹੜੇ ਹੁਣ ਜਿਹੜਾ ਇਹ ਸਾਰਾ ਕੁਛ ਹੈਗਾ ਉੱਥੇ ਦਾ ਲੇਬਰ ਮਾਰਕੀਟ ਜਿਹੜੀ ਦੱਸ ਰਹੀ ਹੈ ਜਿਹੜਾ ਇਹ ਜਿਹੜੀ ਕਿ ਅਸੀਂ ਅਮਰੀਕਾ ਕਿਹੜੇ ਇਕਨੋਮਿਕ ਟਰੈਕ ਦੇ ਉੱਤੇ ਜਾ ਰਿਹਾ। ਗਰੋਥ ਸਲੋ ਹੋ ਰਹੀ ਹੈ, ਜੌਬ ਗਰੋਥ ਜਿਹੜੀ ਸਲੋ ਆ, ਅਨਐਮਪਲੋਇਮੈਂਟ ਕਲੇਮਸ ਥੋੜ੍ਹੇ ਜਿਹੇ ਵੱਧ ਰਹੇ ਆ। ਜਿਹੜੀਆਂ ਵੱਡੀਆਂ ਕੰਪਨੀਆਂ ਜਿਹਦੇ 'ਚ ਐਪਲ ਵੀ ਆ, ਮੈਟਾ ਵੀ ਆ, ਫੇਸਬੁੱਕ ਤੇ ਇਹ ਸਾਰੀਆਂ ਆ, ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਹਾਇਰਿੰਗ ਨੂੰ ਹੋਲਡ ਤੇ ਪਾ ਰਹੀਆਂ। ਇਹ ਇੱਕ ਸਾਈਨ ਹੈਗਾ ਆ ਜਿਹੜਾ ਦੱਸ ਰਿਹਾ ਕਿ ਜੌਬ ਇੰਡਸਟਰੀ ਦੇ ਵਿੱਚ ਥੋੜ੍ਹੀ ਜਿਹੀ ਹਿਲਜੁਲ ਆ। ਹਾਲਾਂਕਿ ਮਾਰਕੀਟ ਵੇਰੀ ਕਰ ਰਹੀ ਹੈ। ਟੈਕ, ਐਡਵਰਟੀਜ਼ਮੈਂਟ, ਹੈਲਥ ਕੇਅਰ ਦੇ ਵਿੱਚ, ਫਾਈਨੈਂਸ ਦੇ ਵਿੱਚ ਜਾਂ ਲਾ ਦੇ ਵਿੱਚ ਕਿੰਨੇ ਬੰਦੇ ਚਾਹੀਦੇ ਆ, ਥੋੜ੍ਹੀ ਜਿਹੀ ਗੱਲਬਾਤ ਇਸ ਗੱਲਬਾਤ ਦੇ ਵਿੱਚ ਵੱਖਰੀ ਆ। ਪਰ ਮੋਟੇ ਜਿਹੇ ਅੰਦਾਜ਼ੇ ਲਾਏ ਜਾ ਰਹੇ ਆ। 7-11 ਜਿਹੜੇ ਸਟੋਰ ਨੇ ਉੱਥੇ ਅਮਰੀਕਾ ਦੇ ਵਿੱਚ 880 ਕਾਰਪੋਰੇਟ ਵਰਕਰਸ ਨੇ ਟੈਕਸਸ ਦੇ ਵਿੱਚ ਤੇ ਓਹਾਈਓ ਦੇ ਵਿੱਚ। ਉਹ ਜਿਹੜੀ ਉਹ ਸਾਰੇ ਦੇ ਵਿੱਚ ਦੱਸਦੇ ਆ ਕਿ ਕੰਪਨੀ ਦੇ ਸਪੋਕਸਪਰਸਨ ਜਿਹੜੇ ਦੱਸ ਰਹੇ ਆ ਕਿ ਉਹ ਉੱਥੋਂ ਜਿਹੜਾ ਲੇ ਆਫ ਕਰ ਰਹੇ ਆ ਉਹਨਾਂ ਨੂੰ, ਬਹੁਤ ਸਾਰੇ ਲੋਕਾਂ ਨੂੰ। ਫੋਰਡ ਮੋਟਰ ਕੰਪਨੀ ਆ, ਇਹ ਕੱਟ ਕਰ ਰਹੀ ਆ 8000 ਪੋਜੀਸ਼ਨਸ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ। ਬਲੂਮਬਰਗ ਦੀ ਰਿਪੋਰਟ ਇਹ ਦੱਸ ਰਹੀ ਆ। ਜਿਹੜੇ ਇਲੈਕਟ੍ਰਿਕ ਜਿਹੜੇ ਰੇਵੀਆ ਨੇ ਇਹ ਮਾਰਕਰ, ਉਹ ਦੱਸਦੇ ਆ ਕਿ 700 ਪੋਜੀਸ਼ਨਸ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਬਾਰੇ ਸੋਚ ਰਿਹਾ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਟਾ ਦਿੱਤਾ ਜਾਵੇ। ਹਾਲਾਂਕਿ ਇਲੈਕਟ੍ਰਿਕ ਕਾਰਾਂ ਦੀ ਮੰਗ ਬਹੁਤ ਆ, ਪਰ ਇਹਨਾਂ ਦੇ ਪਾਸੇ ਵੀ ਕਿਤੇ ਨਾ ਕਿਤੇ ਕੱਟ ਲੱਗ ਰਿਹਾ। ਇਹਨਾਂ ਕੁਝ ਸਟੋਰਾਂ ਦੇ ਉੱਤੇ, ਕੁਝ ਇੰਡਸਟਰੀ ਦੇ ਵਿੱਚ ਲੋਕਾਂ ਦਾ ਨੌਕਰੀ ਤੋਂ ਕੱਢਿਆ ਜਾਣਾ, ਅਨਐਮਪਲੋਇਮੈਂਟ ਦੇ ਉੱਤੇ ਅਸਰ ਪੈਣਾ, ਤੇ ਜਿਹੜੇ ਅਨਐਮਪਲੋਇਮੈਂਟ ਦੇ ਕਲੇਮੈਂਟ ਨੇ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਹੋਣਾ। ਇਹ ਦੱਸਦਾ ਆ ਕਿ 7000 ਅਨਐਮਪਲੋਇਮੈਂਟ ਬੈਨੀਫਿਟਸ ਦੇ ਵਿੱਚ ਪਿਛਲੇ ਹਫ਼ਤੇ ਵਾਧਾ ਦੱਸਦੇ ਆ। ਤੇ ਇਹ ਲੇਬਰ ਡਿਪਾਰਟਮੈਂਟ ਦੇ ਡਾਟੇ ਥੋੜ੍ਹੇ ਜਿਹੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਰਹੇ ਆ ਕਿ ਜਾਂ ਤਾਂ ਗੱਲ ਇੱਥੇ ਰੁਕ ਜਾਵੇ, ਜਿਹੜਾ ਕਿਉਂਕਿ ਅਸਰ ਤਾਂ ਮਾਰਕੀਟ ਦੇ ਉੱਤੇ ਪੈਣਾ ਹੀ ਹੈ। ਇਸੇ ਕਰਕੇ ਤਾਂ ਇੰਟਰਸਟ ਰੇਟ ਵੱਧ ਰਹੇ ਆ, ਵਿਆਜ ਦਰਾਂ ਵਧਾਈਆਂ ਜਾ ਰਹੀਆਂ, ਪਰ ਇਹ ਅਸਰ ਕਿਤੇ ਇੰਨਾ ਨਾ ਪੈ ਜਾਵੇ ਕਿ ਇਹ ਸਾਰਾ ਕੁਛ ਜਾਂਦਾ ਪਿੱਛੇ ਨੂੰ ਜਿਹੜਾ ਇਹਦੇ ਵਿੱਚ ਚਲਿਆ ਜਾਵੇ, ਰਿਸੈਸ਼ਨ ਦੇ ਵਿੱਚ ਚਲਿਆ ਜਾਵੇ। ਕਿਉਂਕਿ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਹੋ ਰਿਹਾ, ਉਹਦੇ ਤੋਂ ਬਾਅਦ ਕੈਨੇਡਾ ਦੇ ਵਿੱਚ ਹੁੰਦਾ ਆ, ਤੇ ਇਸ ਕਰਕੇ ਇਹ ਵੀ ਬਹੁਤ ਮਹੱਤਵਪੂਰਨ ਗੱਲਬਾਤ, ਇੱਕ ਸਾਈਨਸ ਹੈਗੇ ਆ। ਅਮਰੀਕਾ ਤੋਂ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ। ਰਾਸ਼ਟਰਪਤੀ ਟਰੰਪ ਦੇ ਮਾਮਲੇ ਦੇ ਵਿੱਚ ਕੁਛ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਤੁਹਾਨੂੰ ਯਾਦ ਹੋਊਗਾ 6 ਜਨਵਰੀ 2021 ਨੂੰ ਕੈਪੀਟਲ ਹਿੱਲ ਜਿਹੜੀ ਕਿ ਅਮਰੀਕਾ ਦੀ ਸੰਸਦ ਆ, ਉਹਦੇ ਉੱਤੇ ਹਮਲਾ ਹੋਇਆ ਸੀ ਕਿ ਭੀੜ ਇਕੱਠੀ ਹੋ ਕੇ ਉੱਥੇ ਭੰਨ ਤੋੜ ਕਰਨ ਲੱਗ ਪਈ ਸੀ। ਤੇ ਹੁਣ ਇਹ ਸਾਰੇ ਦੇ ਕੁਛ ਹੀਅਰਿੰਗ ਹੋ ਰਹੀ ਹੈ, ਕਮੇਟੀ ਬੈਠੀ ਆ, ਲਗਾਤਾਰ ਜਿਹੜੀਆਂ ਹੀਅਰਿੰਗਸ ਕਰ ਰਹੀ ਹੈ। ਕੱਲ੍ਹ 8ਵੀਂ ਹੀਅਰਿੰਗ ਸੀ ਉਹਨਾਂ ਦੀ। ਇਸ 8ਵੀਂ ਹੀਅਰਿੰਗ ਦੇ ਵਿੱਚ ਉਹਨੇ ਸਿੱਧਾ ਜਿਹੜੇ ਰਾਸ਼ਟਰਪਤੀ ਟਰੰਪ ਸੀਗੇ ਉਹਨਾਂ ਦੇ ਉੱਤੇ ਦੋਸ਼ ਲਾਇਆ ਵੀ ਇਹਨਾਂ ਨੇ ਕੁਛ ਕੀਤਾ ਨਹੀਂ ਹੈ। ਕਈ ਗੱਲਾਂ ਉਹਦੇ ਵਿੱਚੋਂ ਸਾਹਮਣੇ ਆਈਆਂ ਕਿ ਜਦੋਂ ਇਹ ਲੜਾਈ ਉੱਥੇ ਹਿੰਸਾ ਸ਼ੁਰੂ ਹੋ ਗਈ ਸੀ, ਵੀ ਜਿਹੜੀ ਆਹ ਲੋਕ ਸੀਗੇ ਉਹ ਕੈਪੀਟਲ ਹਿੱਲ ਵੱਲੋਂ ਵੱਧ ਕੇ ਉੱਥੇ ਹਮਲਾ ਕਰ ਚੁੱਕੇ ਸੀ। ਉਹ ਤੋਂ 187 ਮਿੰਟ ਬਾਅਦ ਤੱਕ ਉਹ ਜਿਹੜੇ ਟਰੰਪ ਆ ਉਹ ਡਾਇਨਿੰਗ ਰੂਮ ਦੇ ਵਿੱਚ ਬੈਠੇ ਕਹਿੰਦੇ
ਆਪਣਾ ਟੀਵੀ ਦੇਖਦੇ ਰਹੇ ਤੇ ਉੱਥੇ ਨਾ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ ਤੇ ਨਾ ਇਹ ਵਾਇਲੈਂਸ ਨੂੰ ਉਹ ਕੁਛ ਕਰਨ ਨੂੰ ਤਿਆਰ ਸੀ ਤੇ ਨਾ ਹੀ ਉਹ ਕਹਿੰਦੇ ਇਹ ਮੰਨਣ ਨੂੰ ਤਿਆਰ ਸੀ ਵੀ ਇਲੈਕਸ਼ਨ ਮੁੱਕ ਗਈ ਆ ਤੇ ਮੈਂ ਹਾਰ ਗਿਆ। ਇਹ ਇਸ ਕਮੇਟੀ ਦੇ ਵਿੱਚੋਂ ਸਾਹਮਣੇ ਗੱਲ ਆਈ ਆ। ਉਹ ਕਹਿੰਦੇ ਇਸ ਗੱਲ ਤੋਂ ਵੀ ਇਨਕਾਰ ਕਰੀ ਜਾਂਦੇ ਸੀ ਕਿ 6 ਜਨਵਰੀ 2021 ਨੂੰ ਕੈਪੀਟਲ ਹਿੱਲ ਦੇ ਉੱਤੇ ਜਿਹੜੀ ਇਹ ਹਿੰਸਾ ਹੋਈ ਹੈ ਇਹਨਾਂ ਨੇ ਕੋਈ ਜਿਹੜਾ ਕੋਈ ਕਾਨੂੰਨ ਤੋੜਿਆ ਆ। ਔਰ ਪੂਰੇ ਦਾ ਪੂਰਾ ਵਾਈਟ ਹਾਊਸ ਉਸ ਵੇਲੇ ਕਹਿੰਦੇ ਰੌਲੇ ਗੋਲੇ ਦੇ ਵਿੱਚ ਸੀਗਾ। 3 ਹਿੱਸੇ ਉਹਦੇ ਬਣ ਗਏ ਸੀ ਵਾਈਟ ਹਾਊਸ ਦੇ ਵਿੱਚ ਵੀ ਜਿਹੜੇ ਲੋਕ ਸੀਗੇ। ਇੱਕ ਗਰੁੱਪ ਜਿਹੜਾ ਸੀਗਾ ਉਹ ਇਹਦੇ ਹੱਕ ਦੇ ਵਿੱਚ ਇਹਨਾਂ ਨੂੰ ਰੋਕ ਰਿਹਾ ਸੀ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ। ਇਹਨਾਂ ਦੀ ਬੇਟੀ ਇਵਾਂਕਾ ਟਰੰਪ ਵੀ ਉਹਦੇ ਵਿੱਚ ਸ਼ਾਮਲ ਸੀ। ਕੁਝ ਲੋਕਾਂ ਨੂੰ ਸਮਝ ਨਹੀਂ ਸੀ ਆ ਰਿਹਾ ਇਹ ਕੀ ਹੋ ਰਿਹਾ ਤੇ ਕੁਝ ਲੋਕ ਚਾਹੁੰਦੇ ਸੀਗੇ ਕਿ ਰਾਸ਼ਟਰਪਤੀ ਟਰੰਪ ਇਹਦੇ ਵਿੱਚ ਦਖਲ ਦੇਣ ਤੇ ਇਹ ਸਾਰੇ ਕੁਝ ਨੂੰ ਖਤਮ ਕਰ ਦੇਣ। ਇਹਦੇ ਬਾਰੇ ਹੁਣ ਲਗਾਤਾਰ ਜਿਹੜੀਆਂ ਹੀਅਰਿੰਗਸ ਹੋ ਰਹੀਆਂ ਕਿਉਂਕਿ ਬਹੁਤ ਡਿਟੇਲ ਦੇ ਵਿੱਚ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਇਹ ਕਾਲਾ ਦਿਨ ਸੀਗਾ ਜਦੋਂ ਲੋਕਾਂ ਨੇ ਜਾਂ ਕੁਝ ਲੋਕਾਂ ਨੇ ਇਕੱਠੇ ਹੋ ਕੇ ਕੈਪੀਟਲ ਹਿੱਲ ਦੇ ਉੱਤੇ ਅਮਰੀਕਾ ਦੀ ਸੰਸਦ ਦੇ ਉੱਤੇ ਹਮਲਾ ਕਰ ਦਿੱਤਾ। ਉਹਦੀ ਜਾਂਚ ਪੜਤਾਲ ਰੁਕੀ ਨਹੀਂ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਮੇਟੀ ਜਿਹੜੀ ਸਾਰੀ ਖੋਜਬੀਨ ਕਰ ਰਹੀ ਆ ਤੇ ਖੋਜਬੀਨ ਤੋਂ ਬਾਅਦ ਹੁਣ ਜਿਹੜੇ ਸਿੱਟੇ ਨਿਕਲ ਰਹੇ ਆ ਉਹ ਸਿੱਧੇ ਰਾਸ਼ਟਰਪਤੀ ਉਸ ਵੇਲੇ ਦੇ ਰਾਸ਼ਟਰਪਤੀ ਜਿਹੜੇ ਕਿ ਹਾਰ ਚੁੱਕੇ ਸੀ ਚੋਣਾਂ ਦੇ ਵਿੱਚ ਸਿੱਧਾ ਇਸ਼ਾਰਾ ਉਸ ਪਾਸੇ ਕਰ ਰਹੇ ਆ। ਕਿਤੇ ਨਾ ਕਿਤੇ ਉਹ ਕਸੂਰਵਾਰ ਸੀਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਫਾਈਨਲ ਨਤੀਜੇ ਸਾਡੇ ਸਾਹਮਣੇ ਆਉਣਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।